ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਗੁਰ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਸੁਨ ਬਾਕ ਬਖਾਨੇ, ਆਪਨ ਪਰਖਨਾ ਇਸ ਬਿਦ ਠਾਨੇ। ਸ੍ਰੀ ਅਰਜਨ ਸੁਨ ਬਾਕ ਬਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ, ਤਖਤ ਜੀ ਦੇ ਮਾਲਕ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਬੇਅੰਤ ਹੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਵਾਸਤੇ ਚੱਲ ਕੇ ਆਉਂਦੀਆਂ ਨੇ। ਮਹਾਰਾਜ ਜੀ ਦੇ ਦਰਸ਼ਨ ਕਰਕੇ, ਸਤਿਗੁਰਾਂ ਦਾ ਕੀਮਤੀ ਉਪਦੇਸ਼ ਸਰਵਣ ਕਰਕੇ, ਉਹਨਾਂ ਬਚਨਾਂ ਦੀ ਕਮਾਈ ਕਰਕੇ ਕਲਿਆਣ ਪ੍ਰਾਪਤ ਕਰਦੀਆਂ ਹਨ। ਸੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਸਿੱਖ ਚੱਲ ਕੇ ਆਏ ਨੇ। ਭਾਈ ਜੱਟੂ ਭਾਨੂ, ਇਸੇ ਤਰ੍ਹਾਂ ਭਾਈ ਨਿਹਾਲੂ ਜੀ, ਭਾਈ ਤੀਰਥਾ ਜੀ, ਇਹਨਾਂ ਨੇ ਆ ਕੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਨੂੰ ਸਮਝਾਵੋ। ਆਪ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਪਾਂ ਪੜ੍ਹਦੇ ਹਾਂ ਤੇ ਪਾਵਨ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਹਾਂ, ਮਾਰੈ ਰਾਖੈ ਏਕੋ ਆਪ,
ਮਾਨੁਖ ਕਹਿ ਕਿਛ ਨਾਹੀ ਹਾਥ। ਤੇ ਫਿਰ ਇਹ ਵੀ ਪਾਵਨ ਬਾਣੀ ਆਪ ਜੀ ਦੀ ਹੈ, ਜੈਸਾ ਬੀਜੈ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਮਹਾਰਾਜ ਕਿਰਪਾ ਕਰਕੇ ਸਾਨੂੰ ਸਮਝਾਵੋ ਕਿ ਜੇ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ ਤੇ ਫਿਰ ਜੀਵ ਨੂੰ ਦੋਸ਼ ਕਿਉਂ ਲੱਗਦਾ ਹੈ? ਤੇ ਜੇ ਜੀਵ ਕਰਮਾਂ ਦਾ ਖੇਤ ਹੈ ਸਰੀਰ, ਤੇ ਫਿਰ ਜੀਵ ਨੂੰ ਸੋਚ ਸਮਝ ਕੇ ਕਰਮ ਕਰਨੇ ਚਾਹੀਦੇ ਨੇ। ਇਹਦੇ ਬਾਰੇ ਸਾਨੂੰ ਕਿਰਪਾ ਕਰਕੇ ਗਿਆਨ ਬਖਸ਼ੋ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਗੁਰੂ ਸਾਹਿਬ ਜੀ ਨੇ ਵੱਖ-ਵੱਖ ਅਧਿਕਾਰੀਆਂ ਪ੍ਰਤੀ ਬਾਣੀ ਉਚਾਰਨ ਕੀਤੀ ਹੈ। ਜੋ ਜੈਸਾ ਅਧਿਕਾਰੀ ਦੇਖਿਆ ਵੈਸਾ ਉਸ ਨੂੰ ਉਪਦੇਸ਼ ਦਿੱਤਾ ਹੈ। ਜਿਹੜੇ ਲੋਕ ਗ੍ਰਸਤੀ ਰਾਜ ਭਾਗ ਦੇ ਵਿੱਚ ਫਸੇ ਹੋਏ ਨੇ ਉਹਨਾਂ ਪ੍ਰਤੀ ਇਹ ਪਾਵਨ ਬਚਨ ਕਹੇ ਹਨ, ਜਿਹਾ ਬੀਜੈ ਸੋ ਲੁਣੈ, ਕਰਮ ਸੰਦੜਾ ਖੇਤ। ਜੋ ਬੀਜੋਗੇ ਉਹ ਵੱਢੋਗੇ। ਇਹ ਸਰੀਰ ਕਰਮਾਂ ਦਾ ਖੇਤ ਹੈ। ਪਰ ਜਿਹੜੇ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਭਜਨ ਬੰਦਗੀ ਕਰਦੇ ਨੇ, ਨਾਮ ਜਪਦੇ ਹਨ, ਸਾਰਿਆਂ ਵਿੱਚ ਬ੍ਰਹਮ ਦੀ ਜੋਤ ਨੂੰ ਦੇਖਦੇ ਨੇ, ਸਾਰਿਆਂ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਦੀਦਾਰ ਕਰਦੇ ਨੇ। ਜੋ ਦੀਸੈ ਪਰਮਾਤਮਾ ਦਾ ਹੀ ਸਰੂਪ ਉਹਨਾਂ ਨੂੰ ਦਿਸਦਾ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਨ੍ਹਾਂ ਉੱਤੇ ਇਹ ਬਖਸ਼ਿਸ਼ ਵਰਤੀ ਹੈ ਉਹਨਾਂ ਪ੍ਰਤੀ ਮਹਾਰਾਜ ਕਹਿੰਦੇ ਬਚਨ ਕਹੇ ਨੇ, ਮਾਰੈ ਰਾਖੈ ਕੋ ਆਪ, ਮਾਨੁ ਕਹਿ ਕਿਛ ਨਾਹੀ ਹਾਥ। ਉਹਨਾਂ ਪ੍ਰਤੀ ਇਹ ਪਾਵਨ ਬਚਨ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀ। ਜਿਨ੍ਹਾਂ ਨੇ ਸਾਰਿਆਂ ਅੰਦਰ ਰੱਬੀ ਜੋਤ ਨੂੰ ਦੇਖ ਕੇ ਸਾਰੀ ਸ੍ਰਿਸ਼ਟੀ ਦਾ, ਸਾਰੀ ਮਨੁੱਖਤਾ ਦਾ, ਸਾਰਿਆਂ ਨਾਲ ਪ੍ਰੇਮ ਹੀ ਕੀਤਾ, ਕਿਸੇ ਨਾਲ ਈਰਖਾ ਨਹੀਂ ਰੱਖਦੇ। ਉਹਨਾਂ ਬ੍ਰਹਮ ਗਿਆਨੀਆਂ ਦੀ ਐਸੀ ਅਵਸਥਾ ਹੈ ਕਿ ਉਹਨਾਂ ਨੂੰ ਸਾਰਿਆਂ ਥਾਵਾਂ 'ਤੇ ਬ੍ਰਹਮ ਹੀ ਦਿਸਦਾ ਅਤੇ ਬ੍ਰਹਮ ਹੀ ਸੁਣਦਾ ਹੈ, ਕਿਉਂਕਿ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਉਪਾਸ਼ਕ ਹਨ। ਇਹ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਦਿੱਤਾ ਹੈ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਭਾਈ ਭੋਲੂ ਜੋ ਜਾਤ ਦੇ ਸੇਖੜ ਹਨ, ਭਾਈ ਜੱਟੂ ਜੀ ਜਿਨ੍ਹਾਂ ਦੀ ਜਾਤੀ ਭੀਵਾ ਹੈ, ਭਾਈ ਮੂਲਾ ਜੀ ਜਿਹੜੇ ਕਮਾਈ ਵਾਲੇ ਹਨ, ਇਹ ਸਾਰੇ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਏ। ਹੱਥ ਜੋੜ ਕੇ ਇਹਨਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਬਾਣੀ ਵੱਖ-ਵੱਖ ਅਧਿਕਾਰੀਆਂ ਵਾਸਤੇ ਉਚਾਰਨ ਕੀਤੀ ਹੈ, ਕਰਮਾਂ ਦਾ, ਉਪਾਸ਼ਕ ਦਾ ਅਤੇ ਗਿਆਨ ਦਾ। ਅਤੇ ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਅਸੀਂ ਕਿਸ ਦੇ ਅਧਿਕਾਰੀ ਹਾਂ, ਸਾਨੂੰ ਕਿਸ ਤਰ੍ਹਾਂ ਪਤਾ ਲੱਗੇ। ਜਿਸ ਤਰ੍ਹਾਂ ਇਹਨਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ। ਆਓ ਗੁਰ ਸੰਗਤ ਜੀ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਸੁਨ ਬਾਕ ਬਖਾਨੇ। ਇਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਆਪਨ ਪਰਖ ਨਾ ਇਸ ਬਿਦ ਠਾਨੇ। ਸਤਿਗੁਰੂ ਜੀ ਕਹਿੰਦੇ ਤੁਸੀਂ ਆਪਣੀ ਪਰਖ ਕਰਨੀ ਚਾਹੁੰਦੇ ਹੋ ਤੇ ਇਸ ਤਰ੍ਹਾਂ ਕਰੋ, ਗੁਰਬਚ ਸੁਨ ਜਬ ਉਰ ਮਹਿ ਤਰੇ। ਜਦੋਂ ਗੁਰੂ ਦੇ ਬਚਨ ਸੁਣੋ ਤੇ ਉਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਕਿਉਂਕਿ ਸੁਣਨਾ ਇਹ ਵੀ ਵੱਡੀ ਗੱਲ ਹੈ, ਪਰ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਉਣਾ, ਹਿਰਦੇ 'ਚ ਧਾਰਨ ਕਰਨਾ, ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਦਾਤ ਮਿਲਦੀ। ਇਸ ਲਈ ਗੁਰੂ ਦੇ ਬਚਨ ਸੁਣ ਕੇ ਜਿਹੜਾ ਹਿਰਦੇ ਵਿੱਚ ਧਾਰਨ ਕਰਦਾ ਹੈ, ਕਰਮ ਸੁਭਾਵੁਕ ਨਿਰਣੈ ਕਰੇ। ਫਿਰ ਚੰਗੀ ਤਰ੍ਹਾਂ ਨਿਰਣਾ ਕਰਦਾ ਹੈ ਕਰਮ ਸ਼ੁਭ ਅਸ਼ੁਭ, ਚੰਗੇ ਕਰਮ ਅਤੇ ਮਾੜੇ ਕਰਮਾਂ ਦਾ ਚੰਗੀ ਤਰ੍ਹਾਂ ਉਹ ਨਿਰਣਾ ਕਰਦਾ ਹੈ। ਚਾਹ ਨ ਲੱਗਿਓ ਕਰਮ ਸ਼ੁਭ ਕਰਨ। ਫਿਰ ਚਾਹੁੰਦਾ ਹੈ ਜੀਵ ਕਿ ਮੈਂ ਮਾੜੇ ਕੰਮਾਂ ਦਾ ਤਿਆਗ ਕਰਾਂ ਤੇ ਚੰਗੇ ਕੰਮ ਜਿਹੜੇ ਹਨ ਉਹ ਮੈਂ ਆਪਣੇ ਜੀਵਨ ਦੇ ਵਿੱਚ ਅਪਣਾਵਾਂ। ਮਨ ਵਿੱਚ ਚਾਉ ਬਣਦਾ ਹੈ, ਪ੍ਰੇਮ ਬਣਦਾ ਹੈ
ਕਿ ਮੈਂ ਚੰਗੇ ਕਰਮ ਕਰਾਂ। ਤਉ ਜੇ ਬੁਰੇ ਕਰਮ ਕੋ ਵੈਸ਼ਨ, ਪਰ ਜਿਹੜਾ ਬੁਰੇ ਕਰਮਾਂ ਦਾ ਸੁਭਾਵ ਸੀ, ਕਿਉਂਕਿ ਜਿਹੜੇ ਕਰਮ ਅਸੀਂ ਜਿਸ ਜਨਮ ਵਿੱਚ ਕੀਤੇ ਹਨ, ਦਾਨੇ ਦੱਸਦੇ ਨੇ ਕਿ ਪੂਰਬਲੇ ਕਰਮਾਂ ਦਾ ਪ੍ਰਭਾਵ ਵੀ ਜੀਵ ਦੇ ਮਨ ਦੇ ਉੱਤੇ ਹੁੰਦਾ ਹੈ। ਇਹ ਨਹੀਂ ਕਿ ਇਸ ਜਨਮ ਦੀ ਹੀ ਖੇਡ ਹੈ। ਜੇ ਬਾਣੀ ਨੇ ਇਹ ਸਾਨੂੰ ਸਮਝਾਇਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਮਲ ਲਾਗੀ ਦਾ ਭਾਵ ਇਹੋ ਹੀ ਹੈ ਕਿ ਜਿਹੜੇ ਜਿਹੜੇ ਅਸੀਂ ਜਨਮਾਂ ਦੇ ਵਿੱਚ ਗਏ, ਸਰੀਰ ਧਾਰੇ, ਉਹਨਾਂ ਦੇ ਕੀਤੇ ਹੋ ਕਰਮਾਂ ਦਾ ਪ੍ਰਭਾਵ ਦਾ ਅਸਰ ਸਾਡੇ ਮਨਾਂ ਦੇ ਉੱਤੇ ਹੈ। ਇਸ ਕਰਕੇ ਜਦੋਂ ਜੀਵ ਗੁਰੂ ਦੇ ਬਚਨ ਸੁਣਨ ਬੈਠਦਾ ਹੈ, ਕੀ ਚੰਗਾ ਹੈ ਮਾੜਾ ਕੀ ਹੈ, ਇਹ ਗੁਰੂ ਦੇ ਬਚਨਾਂ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ। ਫਿਰ ਮਨ ਕਰਦਾ ਕਿ ਅਸੀਂ ਚੰਗੇ ਕਰਮ ਕਰੀਏ, ਪਰ ਜਿਹੜਾ ਮਾੜੇ ਕਰਮਾਂ ਦਾ ਸੁਭਾਵ ਸੀ ਉਹ ਛੱਡਿਆ ਨਹੀਂ ਜਾਂਦਾ। ਮਿਟਤ ਨਹੀਂ ਮਨ ਤੇ ਨਿਤ ਚਾਹੈ, ਬੰਦਾ ਬਹੁਤ ਚਾਹੁੰਦਾ ਹੈ ਕਿ ਮੈਂ ਚੰਗੇ ਕਰਮ ਕਰਾਂ, ਪਰ ਜਿਹੜਾ ਮਾੜੇ ਕਰਮਾਂ ਕੀਤੇ ਹੋ ਕਰਮਾਂ ਦਾ ਸੁਭਾਵ ਸੀ ਉਹ ਨਹੀਂ ਮਿਟਦਾ। ਤਉ ਅਧਿਕਾਰ ਕਰਮ ਕੋ ਤਾਹੈ, ਉਹ ਕਰਮਾਂ ਦਾ ਅਧਿਕਾਰੀ ਹੈ, ਉਹਨੂੰ ਕਰਮਾਂ ਦਾ ਅਧਿਕਾਰੀ ਜਾਣੋ, ਕਿਉਂਕਿ ਕੀਤੇ ਹੋ ਕਰਮਾਂ ਦਾ ਪ੍ਰਭਾਵ ਉਹਦੇ ਮਨ ਦੇ ਉੱਤੇ ਪੈ ਰਿਹਾ ਹੈ। ਗੁਰ ਸਿੱਖਨ ਕੀ ਸੇਵਾ ਲਾਗੇ, ਫਿਰ ਉਹ ਮਿਟਦਾ ਕਿਸ ਤਰ੍ਹਾਂ ਹੈ? ਮਹਾਰਾਜ ਕਹਿੰਦੇ ਗੁਰੂ ਦੇ ਸਿੱਖਾਂ ਦੀ ਸੇਵਾ ਵਿੱਚ ਲੱਗੇ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਪ੍ਰੇਮੀ ਸਿੱਖ ਚੱਲ ਕੇ ਆਉਂਦੇ ਨੇ, ਗੁਰੂ ਸਾਹਿਬ ਜੀ ਦਾ ਬੈਠ ਕੇ ਉਪਦੇਸ਼ ਸੁਣਿਆ ਤੇ ਮਹਾਰਾਜ ਜੀ ਨੇ ਕੀਮਤੀ ਉਪਦੇਸ਼ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਜੇ ਚਾਹੁੰਦੇ ਆ ਸਾਡੇ ਅੰਤਸ਼ਕਰਨ ਦੀ ਸ਼ੁੱਧੀ ਹੋਵੇ, ਹਿਰਦਾ ਪਵਿੱਤਰ ਹੋਵੇ, ਤੇ ਫਿਰ ਮਹਾਰਾਜ ਕਹਿੰਦੇ ਸੇਵਾ ਕਰ, ਕਿਉਂਕਿ ਸੇਵਾ ਕਰਨ ਦੇ ਨਾਲ ਮਨ ਦੀ ਪਵਿੱਤਰਤਾ ਹੁੰਦੀ ਹੈ, ਅੰਤਸ਼ਕਰਨ ਹਿਰਦਾ ਸ਼ੁੱਧ ਹੁੰਦਾ ਹੈ। ਇਸ ਲਈ ਜਦੋਂ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ, ਗੁਰਬਾਣੀ ਸੁਨ ਬੇ ਅਨੁਰਾਗੇ, ਸੇਵਾ ਕਰਕੇ ਮਨ ਜਿਹੜਾ ਸੀ ਗੁਰੂ ਦੇ ਬਚਨ ਸੁਣਨ ਦਾ, ਬਾਣੀ ਸੁਣਨ ਦਾ ਪ੍ਰੇਮੀ ਬਣਿਆ। ਸਨੇ ਸਨੇ ਮਨ ਖੋਟ ਨਿਵਾਰੈ, ਜਦੋਂ ਮਨ ਗੁਰੂ ਦੇ ਉਪਦੇਸ਼ ਦਾ ਪ੍ਰੇਮੀ ਬਣ ਗਿਆ, ਫਿਰ ਹੌਲੀ ਹੌਲੀ ਜਿਹੜੀ ਮਨ ਦੀ ਖੋਟ ਸੀ ਉਹ ਦੂਰ ਹੁੰਦੀ ਹੈ। ਅਬਿਲਾਖਤ ਪ੍ਰਭ ਦਿਸ ਚਿਤ ਤਾਰੈ, ਫਿਰ ਮਨ ਦੇ ਵਿੱਚ ਜਿਹੜੀ ਅਭਿਲਾਸ਼ਾ ਹੈ, ਮਨ ਵਿੱਚ ਇੱਛਾ ਜਿਹੜੀ ਹੈ ਉਹ ਜਾਗਦੀ ਹੈ। ਜੇ ਗੁਰਬਾਕ ਸੁਨਹਿ ਨਿਜ ਕਾਨ, ਫਿਰ ਗੁਰੂ ਦੇ ਬਚਨ ਆਪਣੇ ਕੰਨਾਂ ਨਾਲ ਜੀਵ ਸੁਣਦਾ ਹੈ। ਕਰਮ ਅਸ਼ੁਭ ਕੀ ਹੋਏ ਤਬ ਹਾਨ, ਫਿਰ ਜਿਹੜੇ ਮਾੜੇ ਕਰਮਾਂ ਦਾ ਸੁਭਾਵ ਸੀ ਉਹ ਮਿਟਣ ਲੱਗ ਪੈਂਦਾ ਹੈ। ਮਿਟਦਾ ਹੈ ਸੇਵਾ ਕਰਕੇ, ਮਨ ਦੀ ਪਵਿੱਤਰਤਾ ਦੇ ਨਾਲ ਮਨ ਗੁਰੂ ਸਾਹਿਬ ਦੇ ਬਚਨਾਂ ਦਾ ਪ੍ਰੇਮੀ ਬਣੇ, ਤੇ ਫਿਰ ਪ੍ਰੇਮੀ ਬਣ ਕੇ ਜਦੋਂ ਗੁਰੂ ਦਾ ਉਪਦੇਸ਼ ਸੁਣੇਗਾ ਤੇ ਫਿਰ ਜਿਹੜੇ ਮਾੜੇ ਕਰਮਾਂ ਦਾ ਪ੍ਰਭਾਵ ਮਨ ਦੇ ਉੱਤੇ ਪੈ ਰਿਹਾ ਸੀ ਉਹ ਮਿਟ ਜਾਵੇਗਾ। ਕੋਏ ਕਦਾਚਿਤ ਜੇ ਬਨ ਆਵੈ, ਕਦੇ ਕਦੇ ਜੇ ਕੋਈ ਮਾੜਾ ਕਰਮ ਸਾਹਮਣੇ ਵੀ ਆਉਂਦਾ ਹੈ ਤਉ ਨ ਆਸ਼ੋ ਮਨ ਮਹਿ ਪਾਵੈ, ਤੇ ਉਹ ਮਾੜਾ ਕੰਮ ਫਿਰ ਮਨ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਪਹਿਲਾਂ ਤੇ ਸਾਡਾ ਜ਼ੋਰ ਹੀ ਕੋਈ ਨਹੀਂ ਸੀ, ਕਿਉਂਕਿ ਕੀਤੇ ਹੋ ਕਰਮਾਂ ਕਰਕੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਮਨ ਦੀ ਸ਼ੁੱਧੀ ਹੋ ਗਈ। ਜੇ ਕਿਤੇ ਕੋਈ ਮਾੜਾ ਕਰਮ ਸਾਹਮਣੇ ਵੀ ਆਉਂਦਾ ਤੇ ਫਿਰ ਉਹ ਮਾੜਾ ਕਰਮ ਕਰਨ ਨੂੰ ਚਿੱਤ ਨਹੀਂ ਕਰਦਾ। ਲਖੈ ਉਪਾਸਨਾ ਕੋ ਅਧਿਕਾਰੀ, ਫਿਰ ਆਪਣੇ ਆਪ ਨੂੰ ਉਪਾਸਨਾ ਦਾ ਅਧਿਕਾਰੀ ਜਾਣੇ। ਗੁਰਬਾਣੀ ਅਭਿਆਸ ਵਿਚਾਰੀ, ਫਿਰ ਗੁਰਬਾਣੀ ਦਾ ਅਭਿਆਸ ਜਿਹੜਾ ਹੈ ਉਹ ਕਰੇ, ਗੁਰਬਾਣੀ ਨੂੰ ਚੰਗੀ ਤਰ੍ਹਾਂ ਵਿਚਾਰੇ। ਪਠਨ ਸੁਣਨੇ ਅਰੇ ਅਰਥ ਵਿਚਾਰਨ, ਬਾਣੀ ਨੂੰ ਪੜ੍ਹੇ, ਸੁਣੇ ਅਤੇ ਅਰਥਾਂ ਦੀ ਵਿਚਾਰ ਕਰੇ। ਇਹ ਵੀ ਜ਼ਰੂਰੀ ਹੈ। ਇੱਥੇ ਪੜ੍ਹਨ ਸੁਣਨ ਵਾਲੇ ਬਹੁਤ ਘੱਟ ਮਿਲਦੇ ਨੇ ਤੇ ਵਿਚਾਰ ਕਿਸੇ ਨੇ ਕੀ ਕਰਨੀ ਹੈ। ਪਰ ਗੁਰੂ ਕੇ ਸਿੱਖ ਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਥੋੜ੍ਹੇ ਤੋਂ ਥੋੜ੍ਹਾ ਸਮਾਂ ਕੱਢ ਕੇ ਬਾਣੀ ਨੂੰ ਪੜ੍ਹੇ, ਸੁਣੇ ਅਤੇ ਅਰਥਾਂ ਦੀ ਵਿਚਾਰ ਜ਼ਰੂਰ ਕਰੇ। ਇਸ ਲਈ ਆਪਾਂ ਦੇਖਦੇ ਹਾਂ ਦਰਬਾਰ ਦੀ ਦੋਵੇਂ ਸਮੇਂ ਦੀ ਮਰਿਆਦਾ ਹੈ। ਮਰਿਆਦਾ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਦੀ ਹੈ। ਸ਼ਾਮਾਂ ਦੇ ਵਕਤ ਜਿਸ ਤਰ੍ਹਾਂ ਦਰਬਾਰ ਦੇ ਵਿੱਚ ਗੁਰ ਇਤਿਹਾਸ ਦੀ ਜਾਂ ਕਈ ਅਸਥਾਨਾਂ 'ਤੇ ਬਾਣੀ ਦੀ ਕਥਾ ਆਪਾਂ ਸੁਣਦੇ ਹਾਂ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਬਾਣੀ ਨੂੰ ਸੁਣਨਾ, ਆਪ ਪੜ੍ਹਨਾ
ਅਤੇ ਬਾਣੀ ਦੇ ਅਰਥਾਂ ਦੀ ਵਿਚਾਰ ਕਰਨੀ ਹੈ। ਹੋਏ ਅਸ਼ੁਭ ਸੋ ਕਰਹਿ ਨਿਵਾਰਨ, ਫਿਰ ਜਿਹੜਾ ਮਾੜਾ ਕੰਮ ਹੈ, ਕਰਮ ਹੈ, ਉਹਨੂੰ ਨਿਵਾਰੇ, ਦੂਰ ਕਰੇ। ਜੇ ਗੁਰ ਸ਼ਬਦ ਸੁਨਨ ਤੇ ਸਾਰੇ, ਜੇ ਗੁਰੂ ਸਾਹਿਬ ਦੇ ਸ਼ਬਦ ਸੁਣੇ, ਖੋਟੇ ਕਰਮ ਹਿਰਦੇ ਨਿਰਵਾਰੇ, ਆਪਣੇ ਹਿਰਦੇ ਵਿੱਚੋਂ ਜਿਹੜੇ ਮਾੜੇ ਕਰਮ ਸੀ, ਮਾੜੇ ਕੰਮ ਸੀ, ਉਹ ਦੂਰ ਕਰ ਦਵੇ। ਵਿਸ਼ਿਆਨ ਕੇ ਰਸ ਤੇ ਮਨ ਫਿਰਿਓ, ਫਿਰ ਵਿਸ਼ਿਆਂ ਦੇ ਰਸਾਂ ਤੋਂ ਮਨ ਜਿਹੜਾ ਹੈ ਉਹ ਪਰਮ ਹੋ ਜਾਂਦਾ ਹੈ। ਕਰਮ ਅਸ਼ੁਭ ਮਹਿ ਹਿਤ ਨਹਿ ਤਰਿਓ, ਫਿਰ ਮਾੜੇ ਕੰਮ ਕਰਨ ਦਾ ਚੇਤ ਹੀ ਨਹੀਂ ਕਰਦਾ। ਜਦੋਂ ਗੁਰੂ ਦਾ ਸ਼ਬਦ ਹਿਰਦੇ 'ਚ ਹੀ ਵਸ ਗਿਆ ਤੇ ਫਿਰ ਮਨ ਦੀ ਪਵਿੱਤਰਤਾ ਹੋ ਗਈ। ਫਿਰ ਜਿਹੜੇ ਮਾੜੇ ਕਰਮ ਸੀ ਉਹ ਕਰਨ ਦਾ ਚੇਤ ਹੀ ਨਹੀਂ ਕਰਦਾ। ਜਗ ਦੁਖ ਰੂਪ ਜਾਣ ਕਰ ਨੀਕੋ, ਇਹ ਸੰਸਾਰ ਨੂੰ, ਜਗਤ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ ਜਿਹੜਾ ਉਪਾਸ਼ਕ ਹੈ ਕਿ ਦੁੱਖਾਂ ਦਾ ਹੀ ਘਰ ਹੈ। ਦੁੱਖਾਂ ਦਾ ਘਰ ਕਿਸ ਤਰ੍ਹਾਂ ਹੈ ਕਿ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿਸ ਵਸਤੂ ਨੂੰ ਵੀ ਆਪਾਂ ਮਿੱਠਾ ਸਮਝ ਕੇ ਗ੍ਰਹਿਣ ਕਰਨ ਲੱਗੇ ਸੀ, ਬਾਅਦ ਵਿੱਚ ਜਦੋਂ ਜਾਂਦੀ ਦਿਸਦੀ ਹੈ ਤੇ ਫਿਰ ਜੀਵ ਨੂੰ ਬੜਾ ਦੁੱਖ ਲੱਗਦਾ ਹੈ। ਇਸ ਕਰਕੇ ਜੋ ਵੀ ਮਿੱਠਾ ਕਰਕੇ ਹੱਥ ਪਾਇਆ ਬਾਅਦ ਵਿੱਚ ਕੌੜਾ ਹੋ ਕੇ ਨਿਕਲਿਆ। ਇਸ ਲਈ ਇਹ ਸੰਸਾਰ, ਜੇ ਪ੍ਰਮਾਤਮਾ ਦੀ ਹੋਂਦ ਨੂੰ ਬਾਹਰ ਦੇਖੀਏ, ਉਹਦੀ ਹੋਂਦ ਨੂੰ ਨਾ ਦੇਖੀਏ, ਸਿਮਰਨ ਭਜਨ ਬੰਦਗੀ ਤੋਂ ਦੂਰ ਹੋ ਜਾਈਏ, ਸੰਗਤ ਨਾ ਕਰੀਏ, ਤੇ ਫਿਰ ਸੰਸਾਰ ਦੁੱਖਾਂ ਦਾ ਹੀ ਘਰ ਹੈ। ਫਿਰ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਜਿੱਧਰ ਵੀ ਦੇਖਦੇ ਹਾਂ ਤੇ ਬਾਬਾ ਜੀ ਕਹਿੰਦੇ ਨੇ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹਾ ਅੱਗ। ਇਸ ਲਈ ਇਹ ਸੰਸਾਰ ਦੁੱਖਾਂ ਦਾ ਘਰ ਹੈ। ਪਰ ਕਦੋਂ ਪ੍ਰਤੀਤ ਹੁੰਦਾ ਹੈ? ਜਦੋਂ ਜੀਵ ਉਪਾਸ਼ਕ ਬਣ ਜਾਵੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲਵੇ, ਤੇ ਫਿਰ ਮਾੜੇ ਕੰਮ ਕਰਨ ਨੂੰ ਚੇਤ ਹੀ ਨਹੀਂ ਕਰਦਾ। ਮਾੜਾ ਕੰਮ ਜੀਵ ਕਰਦਾ ਹੀ ਉਦੋਂ ਹੈ ਜਦੋਂ ਸੋਚਦਾ ਹੈ ਕਿ ਸੰਸਾਰ ਦੇ ਵਿੱਚ ਬੜੇ ਸੁੱਖ ਨੇ, ਮੈਨੂੰ ਫਲਾਣੀ ਵਸਤੂ ਮਿਲ ਜਾਵੇ ਤੇ ਮੈਂ ਸੁਖੀ ਹੋ ਜਾਵਾਂਗਾ। ਫਿਰ ਯਤਨ ਕਰਦਾ ਹੈ ਕਿ ਦੂਜੇ ਦਾ ਵੀ ਖੋਹ ਕੇ ਮੈਂ ਆਪਣੇ ਘਰ ਵਿੱਚ ਲੈ ਆਵਾਂ। ਅੱਜ ਆਪਾਂ ਦੇਖਦੇ ਹੀ ਹਾਂ, ਚਲੋ ਆਮ ਸਮਾਜ ਦੇ ਵਿੱਚ ਤਾਂ ਦੇਖਣ ਨੂੰ ਮਿਲਦਾ ਹੀ ਹੈ। ਧਰਮ ਦੀ ਦੁਨੀਆ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਧਰਮ ਦੇ ਪਹਿਰਾਵੇ ਪਾ ਕੇ ਕਈ ਯਤਨ ਕਰਦੇ ਨੇ, ਧਰਮੀ ਹੋਣ ਦਾ ਦਿਖਾਵਾ ਕਰਦੇ ਨੇ, ਪਰ ਅੰਦਰ ਤ੍ਰਿਸ਼ਨਾ ਹੋਣ ਕਰਕੇ ਸੋਚਦੇ ਹਨ ਦੂਜੇ ਦੀ ਵਸਤੂ ਖੋਹ ਕੇ ਸਾਨੂੰ ਜੀਵਨ ਵਿੱਚ ਸੁੱਖ ਮਿਲ ਜਾਵੇਗਾ। ਇਹ ਉਹਨਾਂ ਚਿਰ ਜੀਵ ਸੋਚਦਾ ਜਿੰਨਾ ਚਿਰ ਹਲੇ ਉਪਾਸ਼ਕ ਨਹੀਂ ਬਣਿਆ, ਪਰਮਾਤਮਾ ਦੀ ਭਗਤੀ ਵਿੱਚ ਨਹੀਂ ਜੁੜਿਆ, ਹਲੇ ਉਹਦੇ ਤੇ ਕਰਮਾਂ ਦਾ ਪ੍ਰਭਾਵ ਪੈ ਰਿਹਾ ਹੈ। ਪੂਰਬਲੇ ਕੀਤੇ ਹੋ ਕਰਮ ਪੂਰਬਲੇ ਜਨਮਾਂ ਵਿੱਚੋਂ ਨਿਕਲ ਕੇ ਆਇਆ ਤੇ ਉਹਦਾ ਪ੍ਰਭਾਵ ਉਹਦੇ ਮਨ ਦੇ ਉੱਤੇ ਪੈ ਰਿਹਾ ਹੈ। ਪਤਾ ਹੈ ਆਹ ਮਾੜਾ ਹੈ ਤੇ ਆਹ ਚੰਗਾ ਹੈ, ਪਰ ਹਲੇ ਉਹ ਚੰਗਾ ਕੰਮ ਕਰ ਨਹੀਂ ਪਾ ਰਿਹਾ। ਕਿਉਂਕਿ ਹਲੇ ਕਰਮਾਂ ਦੇ ਅਧੀਨ ਹੈ, ਹਲੇ ਉਪਾਸ਼ਕ ਨਹੀਂ ਬਣਿਆ। ਜਦੋਂ ਪਰਮਾਤਮਾ ਦੀ ਭਗਤੀ ਵਿੱਚ ਜੁੜ ਗਿਆ ਤੇ ਫਿਰ ਮਾੜਾ ਕੰਮ ਕਰਨ ਨੂੰ ਤਾਂ ਚੇਤ ਹੀ ਨਹੀਂ ਕਰਦਾ, ਤੇ ਫਿਰ ਜੀਵ ਜਿਹੜਾ ਹੈ ਉਹ ਚੰਗੇ ਕੰਮਾਂ ਦੇ ਵਿੱਚ ਲੱਗਦਾ ਤੇ ਸੰਸਾਰ ਨੂੰ ਦੁੱਖ ਰੂਪ ਜਾਣਦਾ। ਜਦੋਂ ਇਹ ਪਤਾ ਲੱਗਾ ਕਿ ਸੰਸਾਰ ਹੈ ਹੀ ਦੁੱਖਾਂ ਦਾ ਘਰ, ਤੇ ਫਿਰ ਬੰਦਾ ਪਾਪ ਕਰੇਗਾ ਹੀ ਕਿਉਂ? ਕਿਸੇ ਨਾਲ ਫਰੇਬ, ਧੋਖਾ, ਛਲ ਨਹੀਂ ਕਰੇਗਾ, ਕਿਉਂਕਿ ਕਿਸੇ ਦੇ ਨਾਲ ਧੋਖਾ ਕਰਕੇ, ਪਾਪ ਕਰਕੇ ਕਿਸੇ ਦੀ ਵਸਤੂ ਖੋਹ ਕੇ ਲਿਆਂਦੀ ਹੈ ਤਾਂ ਉਹ ਵੀ ਦੁੱਖ ਰੂਪ ਸੀ। ਇਸ ਕਰਕੇ ਸੰਸਾਰ ਦੁੱਖਾਂ ਦਾ ਘਰ ਲੱਗਦਾ ਹੈ ਕਿਹਨਾਂ ਨੂੰ? ਜਿਹੜੇ ਉਪਾਸ਼ਕ ਹਨ, ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਬਚਨ ਘਰ ਕਰ ਗਿਆ ਹੈ। ਸਭ ਵਿਵਹਾਰ ਲੱਗੈ ਉਰ ਫੀਕੋ, ਫਿਰ ਸਾਰੇ ਜਿਹੜੇ ਵਿਵਹਾਰ ਨੇ ਉਹਨਾਂ ਨੂੰ ਹਿਰਦੇ ਵਿੱਚ ਫਿੱਕੇ ਲੱਗਦੇ ਹਨ। ਤਬ ਨਿਜ ਲਖ ਹੈ ਗਿਆਨ ਅਧਿਕਾਰੀ, ਫਿਰ ਜਾਣੋ ਕਿ ਉਹ ਗਿਆਨ ਦਾ ਅਧਿਕਾਰੀ ਬਣ ਗਿਆ। ਪਹਿਲਾਂ ਕਰਮਾਂ ਦਾ ਅਧਿਕਾਰੀ, ਫਿਰ ਉਪਾਸ਼ਕ ਬਣਿਆ। ਉਪਾਸ਼ਕ ਹੀ ਜਿਹੜਾ ਹੈ ਉਹ ਗਿਆਨੀ ਬਣਦਾ ਹੈ। ਗਿਆਨੀ ਇਕੱਲਾ ਕਹਿਣ ਮਾਤਰ ਆਪਾਂ ਸਮਝ ਲਈਏ ਕਿ ਕੋਈ ਪਹਿਰਾਵਾ ਪਾ ਕੇ ਕਵੇ ਮੈਂ ਗਿਆਨੀ, ਗਿਆਨ ਦੀਆਂ ਗੱਲਾਂ ਕਰਕੇ ਕਵੇ ਮੈਂ ਗਿਆਨੀ, ਇਸ ਤਰ੍ਹਾਂ ਨਹੀਂ। ਉਪਾਸ਼ਕ ਹੀ ਜਿਹੜਾ ਹੈ ਉਹ ਗਿਆਨੀ ਬਣਦਾ ਹੈ। ਤੇ ਗਿਆਨੀ ਕੌਣ ਹੈ? ਸੰਸਾਰ ਜਿਹਨੂੰ ਦੁੱਖਾਂ ਦਾ ਘਰ ਲੱਗਾ ਅਤੇ ਸੰਸਾਰ ਦੇ ਜਿਹੜੇ ਕਾਰ ਵਿਵਹਾਰ ਸੀ ਫਿੱਕੇ ਲੱਗੇ। ਇਹਦਾ ਭਾਵ ਇਹ ਵੀ ਨਹੀਂ ਕਿ ਉਹ ਸੰਸਾਰ 'ਚ ਨਹੀਂ ਰਹਿੰਦੇ ਜਾਂ ਉਹ ਕਿਰਤੀ ਨਹੀਂ ਹਨ। ਕਿਰਤੀ ਹਨ, ਕਿਰਤ ਧਰਮ ਦੀ ਕਰਦੇ ਨੇ। ਫਿੱਕਾ ਲੱਗਣ ਤੋਂ ਭਾਵ ਹੈ ਕਿ ਉਹ ਕਿਸੇ ਵਸਤੂ ਨੂੰ ਮਿੱਠਾ ਜਾਣ ਕੇ ਬਹੁਤੀ ਇੱਛਾ ਨਹੀਂ ਰੱਖਦੇ ਕਿ ਆਪਾਂ ਨੂੰ ਇਹ ਮਿਲ ਜਾਵੇ ਤਾਂ ਸਾਨੂੰ ਉਹਦੇ ਵਿੱਚੋਂ ਰਸ ਆਵੇ। ਰਸ ਕੇਵਲ ਉਹ ਨਾਮ 'ਚੋਂ ਲੈਂਦੇ ਨੇ, ਪਰਮਾਤਮਾ ਦੀ ਭਗਤੀ 'ਚੋਂ ਲੈਂਦੇ ਨੇ।
ਉਹ ਗਿਆਨ ਦੇ ਅਧਿਕਾਰੀ ਬਣ ਜਾਂਦੇ ਹਨ। ਕਰਨ ਲੱਗੈ ਸਤ ਅਸ਼ਤ ਵਿਚਾਰੀ। ਫਿਰ ਸਤ ਅਤੇ ਅਸਤ ਦੀ ਵਿਚਾਰ ਕਰਦੇ ਨੇ, ਸੱਚ ਕੀ ਹੈ ਤੇ ਝੂਠ ਕੀ ਹੈ। ਇਮ ਅਧਿਕਾਰ ਆਪਨ ਜਸ ਜਾਣੈ। ਇਸ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਅਧਿਕਾਰੀ ਜਾਣ ਲੈਂਦਾ ਹੈ, ਤਸ ਵਿਦਿਆਪ ਕਰਨ ਕੋ ਠਾਨੈ। ਫਿਰ ਉਸ ਤਰ੍ਹਾਂ ਦੀ ਕਮਾਈ ਕਰਨ ਲੱਗ ਪੈਂਦਾ ਹੈ। ਸਭ ਅਧਿਕਾਰਨ ਪਰ ਗੁਰਬਾਣੀ। ਸਾਰੇ ਅਧਿਕਾਰੀਆਂ ਦੇ ਉੱਤੇ ਗੁਰੂ ਦੀ ਬਾਣੀ ਹੈ। ਸਿੱਖ ਵੀ ਸਭ ਅਧਿਕਾਰਨ ਜਾਣੀ। ਮਹਾਰਾਜ ਕਹਿੰਦੇ ਸਿੱਖ ਵੀ ਹਰ ਤਰ੍ਹਾਂ ਦੇ ਅਧਿਕਾਰੀ ਹਨ। ਕੁਝ ਇੱਥੇ ਇੱਛਾ ਲੈ ਕੇ ਵੀ ਆਉਂਦੇ ਨੇ, ਕੁਝ ਇੱਥੇ ਚੱਲ ਕੇ ਆਉਂਦੇ ਨੇ ਕਿ ਜਿਨ੍ਹਾਂ ਅੰਦਰ ਕੋਈ ਇੱਛਾ ਹੀ ਹੈ ਨਹੀਂ, ਕੇਵਲ ਗੁਰੂ ਦੇ ਪਿਆਰ ਦੇ ਖਿੱਚੇ ਹੋਏ ਚੱਲ ਕੇ ਆਉਂਦੇ ਨੇ। ਇਸ ਲਈ ਵੱਖ-ਵੱਖ ਸ਼ਬਦ ਉਹਨਾਂ ਅਧਿਕਾਰੀਆਂ ਪ੍ਰਤੀ ਉਚਾਰੇ ਹਨ। ਨਿਜ ਅਧਿਕਾਰ ਸੁਮਤ ਤੇ ਲਖੈ। ਫਿਰ ਆਪਣੇ ਅਧਿਕਾਰ ਚੰਗੀ ਮੱਤ ਨਾਲ ਜਾਣ ਲਵੋ। ਕਰਮ ਉਪਾਸਨ ਗਿਆਨ ਕੇ ਬਿਖੈ। ਪਹਿਲਾਂ ਕਰਮ, ਫਿਰ ਉਪਾਸ਼ਕ, ਤੇ ਫਿਰ ਜਦੋਂ ਉਪਾਸ਼ਕ ਬਣ ਕੇ ਭਗਤੀ ਕਰਦਾ ਤੇ ਫਿਰ ਉਹਦੇ ਹਿਰਦੇ ਵਿੱਚ ਗਿਆਨ ਪ੍ਰਗਟ ਹੁੰਦਾ ਹੈ। ਨਿਜ ਅਧਿਕਾਰ ਜਾਣ ਕਰ ਲਾਗੈ। ਆਪਣੇ ਆਪ ਨੂੰ ਅਧਿਕਾਰੀ ਜਾਣ ਕੇ ਤੇ ਉਸ ਵਿੱਚ ਲੱਗੇ। ਗੁਰੂ ਸ਼ਬਦ ਸੋ ਨਿਤ ਅਨੁਰਾਗੈ। ਗੁਰੂ ਦੇ ਸ਼ਬਦ ਦਾ ਨਿਤ ਪ੍ਰੇਮੀ ਬਣੇ, ਪ੍ਰੇਮ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਸੁਣੇ। ਸੁਨ ਗੁਰ ਬਾਕ ਸਮਝ ਤਿਨ ਆਈ। ਗੁਰੂ ਸਾਹਿਬ ਜੀ ਦਾ ਬਚਨ ਸੁਣ ਕੇ ਨਾ ਸਿੱਖਾਂ ਨੂੰ ਸਮਝ ਆ ਗਈ। ਨਿਜ ਅਧਿਕਾਰ ਲੱਗੇ ਗਤ ਪਾਈ। ਆਪਣੇ ਆਪ ਨੂੰ ਅਧਿਕਾਰੀ ਜਾਣਿਆ। ਜਦੋਂ ਉਪਾਸ਼ਕ ਬਣ ਕੇ ਭਗਤੀ ਕੀਤੀ, ਫਿਰ ਹਿਰਦੇ ਵਿੱਚ ਬ੍ਰਹਮ ਗਿਆਨ ਪ੍ਰਗਟ ਹੋਇਆ ਤੇ ਅਖੀਰ ਇਹਨਾਂ ਦੀ ਕਲਿਆਣ ਹੋਈ ਹੈ। ਚਤੁਰਦਾਸ ਅਰ ਮੂਲਾ ਦੋਏ। ਹਾਂ, ਇਹ ਗੁਰਸਿੱਖਾਂ ਦੇ ਨਾਮ ਨੇ, ਭਾਈ ਚਤੁਰਦਾਸ ਤੇ ਭਾਈ ਮੂਲਾ ਜੀ। ਹੁਤੇ ਕਪੂਰ ਜਾਤ ਕੇ ਸੋਏ। ਇਹ ਕਪੂਰ ਜਾਤੀ ਦੇ ਸਨ। ਇਹ ਦੋਨੋਂ ਸਿੱਖ ਭਾਈ ਚਤੁਰਦਾਸ ਤੇ ਭਾਈ ਮੂਲਾ। ਹਾੜੂ ਗਾੜੂ ਵਿਜ ਸੋ ਚਾਰ। ਭਾਈ ਹਾੜੂ ਜੀ ਤੇ ਭਾਈ ਗਾੜੂ ਜੀ ਇਹ ਸਿੱਖਾਂ ਦੇ ਨਾਮ ਨੇ ਤੇ ਜਾਤੀ ਦੇ ਇਹ ਵਿਜ ਹਨ। ਚੱਲ ਆਏ ਸਤਿਗੁਰ ਕੇ ਦਵਾਰ। ਇਹ ਚਾਰੇ ਸਿੱਖ ਮਿਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਭਾਈ ਚਤੁਰਦਾਸ, ਮੂਲਾ, ਹਾੜੂ, ਗਾੜੂ, ਇਹ ਚਾਰੇ ਸਿੱਖ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ ਹਨ। ਕਰ ਬੰਧਨ ਸੋ ਬੂਝਨ ਲਾਗੋ। ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ। ਹਵੈ ਉਬੇ ਉਪਦੇਸ਼ ਸਿੱਖ ਬਹੁ ਜਾਗੇ। ਮਹਾਰਾਜ ਕਿਰਪਾ ਕਰੋ, ਹਵੈ ਉਪਦੇਸ਼ ਸਿੱਖ ਬਹੁ ਜਾਗੇ। ਮਹਾਰਾਜ ਕਿਰਪਾ ਕਰਕੇ ਸਾਨੂੰ ਉਪਦੇਸ਼ ਦਵੋ। ਤੇ ਉਹ ਉਪਦੇਸ਼ ਜਿਹਨੂੰ ਮਿਲਦਾ ਹੈ ਨਾ, ਤੇ ਸਿੱਖ ਬਹੁਤੇ ਜਿਹੜੇ ਹਨ ਉਹ ਜਾਗਦੇ ਹਨ। ਆਪ ਜੀ ਕਿਰਪਾ ਕਰੋ। ਸ਼ੁਭ ਕਰਮਨ ਕੇ ਉਦਮ ਕਰੈ। ਜਦੋਂ ਆਪ ਜੀ ਉਪਦੇਸ਼ ਦਿੰਦੇ ਹੋ ਤੇ ਅਸੀਂ ਤੁਹਾਡੇ ਉਪਦੇਸ਼ ਨੂੰ ਸੁਣ ਕੇ ਜਾਗਦੇ ਹਾਂ। ਫਿਰ ਚੰਗੇ ਕਰਮਾਂ ਨੂੰ ਕਰਨ ਵਿੱਚ ਉਦਮ ਕਰੀਦਾ ਹੈ। ਸਤਨਾਮ ਸਿਮਰਨ ਮਨ ਤਰੈ। ਜਿਹੜਾ ਸਿਮਰਨ ਹੈ ਉਹ ਮਨ ਵਿੱਚ ਧਾਰਨ ਕਰਕੇ ਹਿਰਦੇ ਵਿੱਚ ਧਾਰਨ ਕਰਦੇ ਹਾਂ। ਸਰਬ ਸੰਤ ਵੀ ਐਸੇ ਕਹੈ। ਸਾਰੇ ਜਿਹੜੇ ਸੰਤ ਹਨ ਉਹ ਵੀ ਇਸ ਤਰ੍ਹਾਂ ਕਹਿੰਦੇ ਹਨ। ਰਾਵਰ ਕੋ ਮਤ ਤਉ ਇਹ ਅਹੈ। ਮਹਾਰਾਜ ਪਰ ਆਪ ਜੀ ਦਾ ਜਿਹੜਾ ਮਤ ਹੈ ਉਹ ਇਸ ਤਰ੍ਹਾਂ ਦਾ ਹੈ। ਕੀ ਕਹਿੰਦੇ ਨੇ ਸਾਰੇ ਸੰਤ ਕਿ ਜਿਹੜਾ ਜੀਵ ਹੈ ਜਦੋਂ ਜਾਗ ਪੈਂਦਾ ਹੈ ਨਾ ਤੇ ਗੁਰੂ ਦਾ ਉਪਦੇਸ਼ ਸੁਣ ਕੇ ਜਾਗਦਾ ਹੈ, ਚੰਗੇ ਕੰਮਾਂ ਦੇ ਵਿੱਚ ਲੱਗਦਾ ਹੈ, ਸਿਮਰਨ ਭਜਨ ਕਰਦਾ ਹੈ ਤੇ ਫਿਰ ਉਸ ਦਾ ਉਧਾਰ ਹੁੰਦਾ ਹੈ। ਸਾਰੇ ਸੰਤ ਕਹਿੰਦੇ ਨੇ। ਪਰ ਸਤਿਗੁਰੂ ਜੀ ਆਪ ਜੀ ਦਾ ਮਤ ਇਸ ਤਰ੍ਹਾਂ ਦਾ ਹੈ। ਇੱਕ ਸ਼ਲੋਕ ਸ੍ਰੀ ਵਾਰ ਮਜਾਰੇ। ਅਸੀਂ ਬਾਣੀ ਦੇ ਵਿੱਚ ਇੱਕ ਆਪ ਜੀ ਦਾ ਪਾਵਨ ਸ਼ਲੋਕ ਪੜ੍ਹਦੇ ਹਾਂ। ਇਸ ਵਿਦ ਸ੍ਰੀ ਮੁਖ ਕੀਨ ਉਚਾਰੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਪਾਵਨ ਸ਼ਲੋਕ ਇਸ ਤਰ੍ਹਾਂ ਉਚਾਰਨ ਕੀਤਾ ਹੈ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆ। ਹਾਂ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀਆਂ ਸਾਰੀਆਂ ਦਾਤਾਂ ਹਨ। ਕਿਆ ਚੱਲੈ ਤਿਸ ਨਾਲ। ਤੇ ਹੈ ਇਹ ਦਾਤਾਂ ਪਰਮਾਤਮਾ ਦੀਆਂ ਨੇ ਤੇ ਉਸ ਦੇ ਅੱਗੇ ਕੀ ਚਾਰਾ ਜੀਵ ਦਾ ਚੱਲ ਸਕਦਾ ਹੈ। ਇੱਕ ਜਾਗੰਦੇ ਨਾਲ ਹਨ। ਇੱਕ ਇਹਨਾਂ ਦਾਤਾਂ ਨੂੰ ਜਾਗਦੇ ਨਹੀਂ ਪ੍ਰਾਪਤ ਕਰਦੇ। ਇੱਕ ਨਾ ਸੁੱਤਿਆਂ ਦੇ ਉਠਾਲ। ਤੇ ਇੱਕ ਨਾ ਨੂੰ ਸੁੱਤਿਆਂ ਨੂੰ ਉਠਾਲ ਕੇ ਦਾਤਾਂ ਬਖਸ਼ ਦੇਨੇ ਹੋ। ਇਹ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਪੜ੍ਹਦੇ ਹਾਂ। ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ। ਇਹ ਸਾਰੀਆਂ ਦਾਤਾਂ ਅਕਾਲ ਪੁਰਖ ਪਰਮਾਤਮਾ ਦੀਆਂ ਨੇ। ਉਹਦੇ ਅੱਗੇ ਕੀ ਜੀਵ ਦਾ ਚਾਰਾ ਚੱਲ ਸਕਦਾ ਹੈ। ਇੱਕ ਨਾ ਇੱਕ ਜਾਗੰਦੇ ਨਾਲ ਹਨ। ਇੱਕ ਜਾਗਦੇ ਦਾਤ ਪ੍ਰਾਪਤ ਨਹੀਂ ਕਰ ਸਕਦੇ। ਇੱਕ ਨਾ ਸੁੱਤਿਆਂ ਦੇ ਉਠਾਲ।
ਇਕਨਾਂ ਨੂੰ ਤੁਸੀਂ ਸੁੱਤਿਆਂ ਨੂੰ ਉਠਾਲ ਕੇ ਦਾਤਾਂ ਬਖਸ਼ਦੇ ਹੋ। ਚਉਪਈ ਇਸ ਤੇ ਵਿਦਿਆ ਸੇ ਲਖ ਲਈ। ਮਹਾਰਾਜ ਇਸ ਤਰ੍ਹਾਂ ਇਹ ਸਾਨੂੰ ਸਮਝ ਪੈਂਦੀ ਹੈ ਸੁਪਤਿਓ ਦਾਤ ਪ੍ਰਭੂ ਨੇ ਦਈ। ਕਿ ਅਕਾਲ ਪੁਰਖ ਪਰਮਾਤਮਾ ਨੇ ਜੀਵ ਨੂੰ ਸੁੱਤਿਆਂ ਦਾਤਾਂ ਬਖਸ਼ੀਆਂ ਹਨ। ਜਾਗਰਤ ਜੇਸ਼ੂ ਛੇਸੋ ਲਹੀਐ। ਪਰ ਜਿਹੜੇ ਜਾਗਦੇ ਹਨ ਉਹ ਤਾਂ ਖਾਲੀ ਹੀ ਰਹਿ ਗਏ। ਜਾਤੇ ਸੁਪਤਿਓ ਹੀ ਨਿਤ ਚਹੀਐ। ਇਸ ਲਈ ਸਾਨੂੰ ਇਹ ਸ਼ਲੋਕ ਮੁਤਾਬਕ ਸੁੱਤਿਆਂ ਹੀ ਰਹਿਣਾ ਚਾਹੀਦਾ ਹੈ। ਪਰ ਸਾਰੇ ਸੰਤਾਂ ਦਾ ਮਤ ਇਹ ਹੈ ਕਿ ਗੁਰੂ ਦਾ ਉਪਦੇਸ਼ ਸੁਣ ਕੇ ਜੀਵ ਜਾਗ ਪਏ, ਤੇ ਜਿਹੜੇ ਜਾਗ ਪੈਂਦੇ ਨੇ ਉਹ ਕਮਾਈ ਕਰਦੇ ਨੇ, ਨਾਮ ਜਪਦੇ ਨੇ, ਤੇ ਉਹਨਾਂ ਦੀ ਕਲਿਆਣ ਹੁੰਦੀ ਹੈ। ਪਰ ਮਹਾਰਾਜ ਤੁਹਾਡਾ ਸ਼ਲੋਕ ਪੜ੍ਹਦੇ ਹਾਂ, ਇੱਕ ਜਾਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਕਿ ਇੱਕ ਜਾਗਦੇ ਕੁਝ ਪ੍ਰਾਪਤ ਨਹੀਂ ਕਰਦੇ, ਇੱਕ ਨਾ ਨੂੰ ਤੁਸੀਂ ਸੁੱਤਿਆਂ ਨੂੰ ਉਠਾ ਕੇ ਦਾਤ ਦਿੰਦੇ ਹੋ। ਤੇ ਇਹਦਾ ਭਾਵ ਇਹ ਹੈ ਕਿ ਫਿਰ ਜੀਵ ਨੂੰ ਸੁੱਤਿਆਂ ਰਹਿਣਾ ਚਾਹੀਦਾ ਹੈ, ਕਿ ਜੇ ਉੱਠਿਆਂ ਨੂੰ ਕੁਝ ਮਿਲਣਾ ਨਹੀਂ ਤੇ ਫਿਰ ਸੁੱਤਿਆਂ ਹੀ ਰਹਿਣਾ ਚਾਹੀਦਾ ਹੈ। ਤਬ ਬੋਲੇ ਸੋਢੀ ਸਿਰ ਮੌਰ। ਇਹਨਾਂ ਦੀ ਇਹ ਬੇਨਤੀ ਨੂੰ ਸੁਣ ਕੇ ਸੋਢੀਆਂ ਦੇ ਸਰਮੌਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਇਸ ਕੋ ਆਸ਼ੇ ਹੈ ਬਿਦ ਔਰ। ਮਹਾਰਾਜ ਕਹਿੰਦੇ ਇਹਦਾ ਜਿਹੜਾ ਆਸ਼ਾ ਹੈ, ਸਿਧਾਂਤ ਜੋ ਤਤ ਭਾਵ ਹੈ ਉਹ ਹੋਰ ਹੈ। ਉਹਨੂੰ ਇਸ ਤਰ੍ਹਾਂ ਸਮਝੋ, ਇੱਕ ਤੋਂ ਪੜ ਕਰ ਪੰਡਿਤ ਹੋਏ। ਇਹਦਾ ਭਾਵ ਕੀ ਹੈ ਉਹ ਸਮਝੋ। ਇੱਕ ਜਿਹੜੇ ਨੇ ਉਹ ਵਿਦਿਆ ਪੜ੍ਹ ਕੇ ਬੜੇ ਪੰਡੇ ਬੁੱਧੀ ਵਾਲੇ ਬਣ ਗਏ, ਬੜੇ ਵਿਦਵਾਨ ਬਣੇ ਹਨ। ਮਨ ਅਹੰਕਾਰ ਵਿਸਾਲ ਪਰੋਏ। ਪਰ ਵਿਦਿਆ ਪੜ੍ਹਨ ਦੇ ਨਾਲ ਉਹਨਾਂ ਦੇ ਮਨ ਜਿਹੜੇ ਸੀ ਹੰਕਾਰ ਦੇ ਨਾਲ ਭਰ ਗਏ। ਕਿਉਂਕਿ ਜਦੋਂ ਬੰਦਾ ਬਹੁਤੀ ਵਿਦਿਆ ਪੜ੍ਹ ਲੈਂਦਾ ਹੈ, ਕੋਈ ਵਿਰਲਾ ਹੈ। ਮਹਾਰਾਜ ਕਹਿੰਦੇ ਕੋਈ ਹਰਿਆ ਬੂਟ ਰਹੇ ਹੋਰੀ, ਕੋਈ ਵਿਰਲਾ ਹੀ ਹੈ ਜਿਹੜਾ ਮਾਨ ਤੋਂ ਬਚਿਆ ਹੈ। ਨਹੀਂ ਤਾਂ ਬੰਦੇ ਨੂੰ ਜਦੋਂ ਵਿਦਿਆ ਮਿਲਦੀ ਹੈ, ਉਹ ਵਿਦਿਆ ਕਰਕੇ ਬੰਦੇ ਦੇ ਅੰਦਰ ਮਾਣ ਵੀ ਜਿਹੜਾ ਹੈ ਉਹ ਕੁਦਰਤੀ ਜੀਵ ਦੇ ਅੰਦਰ ਆ ਹੀ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਇੱਕ ਉਹ ਪੰਡਤ ਨੇ ਜਿਹੜੇ ਬਹੁਤੀ ਵਿਦਿਆ ਪੜ੍ਹ ਕੇ ਬਹੁਤੇ ਮਾਨੀ ਬਣ ਗਏ, ਹੰਕਾਰੀ ਬਣ ਗਏ। ਨਹਿ ਸੰਤਨ ਕੀ ਸੇਵਾ ਕਰਹੀ। ਜਦੋਂ ਮਨ ਦੇ ਵਿੱਚ ਹੰਕਾਰ ਆਇਆ ਤੇ ਫਿਰ ਉਹ ਸੰਤਾਂ ਦੀ ਕਮਾਈ ਵਾਲਿਆਂ ਦੀ ਸੇਵਾ ਵਿੱਚ ਨਹੀਂ ਲੱਗਦੇ। ਹਮ ਬੁੱਧ ਅਦਕ ਮਾਨ ਇਮ ਤਰਹੀ। ਇਹੋ ਹੀ ਆਪਣੇ ਅੰਦਰ ਬਹੁਤਾ ਮਾਣ ਧਰਦੇ ਹਨ ਕਿ ਅਸੀਂ ਹਮ ਬੁੱਧ ਅਦਕ, ਸਾਡੀ ਬੁੱਧੀ ਬਹੁਤ ਹੈ, ਅਸੀਂ ਸਿਆਣੇ ਬੜੇ ਹਾਂ, ਅਸੀਂ ਗਿਆਨਵਾਨ ਹਾਂ, ਇਸ ਲਈ ਅਸੀਂ ਸੇਵਾ ਕਿਸੇ ਦੀ ਕਿਉਂ ਕਰੀਏ। ਕਰਹਿ ਬਾਦ ਔਰ ਨਿਹਚੈ ਨਾਹੇ ਨਾ। ਫਿਰ ਹਿਰਦੇ ਦੇ ਵਿੱਚ ਉਹਨਾਂ ਦੇ ਭਰੋਸਾ ਨਹੀਂ ਹੁੰਦਾ। ਜ਼ਿਆਦੀ ਵਿਦਿਆ ਪੜ੍ਹੀ ਹੋਣ ਕਰਕੇ ਤੇ ਉਹ ਵਾਦ ਵਿਵਾਦ ਦੇ ਵਿੱਚ ਪੈ ਜਾਂਦੇ ਨੇ, ਝਗੜੇ ਖੜੇ ਕਰਦੇ। ਕਿਉਂਕਿ ਇੰਨਾ ਝਗੜਾ ਅਨਪੜ੍ਹ ਬੰਦਾ ਨਹੀਂ ਕਰੇਗਾ, ਜਿੰਨਾ ਝਗੜਾ ਪੜ੍ਹਿਆ ਲਿਖਿਆ ਕਰਦਾ ਹੈ। ਮਾਫ ਕਰਨਾ ਕਿਉਂ? ਕਿਉਂਕਿ ਉਹਨੂੰ ਆਪਣੀ ਪੜ੍ਹੀ ਹੋਈ ਵਿਦਿਆ 'ਤੇ ਬੜਾ ਮਾਣ ਹੁੰਦਾ ਹੈ ਕਿ ਮੈਂ ਬਹੁਤ ਸਿਆਣਾ, ਮੈਂ ਬੜਾ ਗਿਆਨਵਾਨ। ਇਸ ਲਈ ਜਿੰਨੇ ਝਗੜੇ ਖੜੇ ਕੀਤੇ ਨੇ, ਜਿੰਨਾ ਬੰਦਾ ਪੜ੍ਹਿਆ ਉਹਨੇ ਜ਼ਿਆਦਾ ਖੜੇ ਕਰ ਦਿੱਤੇ। ਇਸ ਲਈ ਉਹਨਾਂ ਦੇ ਮਨ ਦੇ ਵਿੱਚ ਮਾਣ ਹੈ ਕਿ ਸਾਡੀ ਬੁੱਧੀ ਬਹੁਤ ਹੈ, ਤੇ ਦੂਜਾ ਕਹਿੰਦਾ ਮੈਂ ਵੀ ਬੜਾ ਸਿਆਣਾ, ਉਹ ਕਹਿੰਦਾ ਮੈਂ ਆ ਪੜ੍ਹਿਆ, ਤੇ ਦੂਸਰਾ ਕਹਿੰਦਾ ਮੈਂ ਆ ਪੜ੍ਹਿਆ, ਉਹ ਕਹਿੰਦਾ ਮੈਂ ਸਹੀ, ਤੇ ਦੂਜਾ ਕਹਿੰਦਾ ਮੈਂ। ਪਰ ਅਸਲ ਵਿੱਚ ਜਿਹੜੇ ਕਮਾਈ ਵਾਲੇ ਨੇ ਉਹਨਾਂ ਬਾਰੇ ਪੜ੍ਹਦੇ ਹਾਂ, 100 ਸਿਆਣਿਆਂ ਇੱਕੋ ਮੱਤ, ਮੂਰਖ ਆਪੋ ਆਪਣੀ। ਜਦੋਂ ਬੰਦਾ ਪੜ੍ਹ ਕੇ ਹੰਕਾਰ ਕਰਦਾ ਵਿਦਿਆ ਦਾ, ਉਹਦੇ ਪ੍ਰਤੀ ਗੁਰਦੇਵ ਕਹਿੰਦੇ ਨੇ ਪੜ੍ਹਿਆ ਮੂਰਖ ਆਖੀ ਹੈ। ਮੂਰਖ ਤਾਂ ਹੈ ਜੇ ਪੜ੍ਹ ਕੇ ਹੰਕਾਰ ਕਰੇ, ਪਰ ਜੇ ਵਿਦਿਆ ਨੂੰ ਪੜ੍ਹ ਕੇ ਉਹਦੀ ਵਿਚਾਰ ਕਰੇ ਤੇ ਫਿਰ ਉਹਨਾਂ ਬਾਰੇ ਗੁਰਦੇਵ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜੀਵਨ ਬਤੀਤ ਕਰੇ ਕਿ ਮੈਂ ਪੜ੍ਹ ਕੇ ਸਮਝ ਗਿਆ ਤੇ ਦੂਜੇ ਨੂੰ ਵੀ ਸਿੱਧੇ ਰਸਤੇ ਤੋਰ ਦੇਵਾਂ। ਇਹ ਵੀ ਕਿਤੇ ਭੁੱਲਿਆ ਭਟਕਦਾ ਹੋਇਆ ਕਿਤੇ ਕੋਝੇ ਰਾਹੇ ਨਾ ਪੈ ਜਾਵੇ, ਉਹਨੂੰ ਵੀ ਸਿੱਧੇ ਰਸਤੇ ਤੋਰਨਾ ਇਹ ਭਲਾ ਹੈ। ਪਰ ਪੜ੍ਹ ਕੇ ਜਿਹੜੇ ਮਨ ਕਰਦੇ ਨੇ ਕਿ ਸਾਡੀ ਬੁੱਧੀ ਬੜੀ ਹੈ, ਉਹ ਫਿਰ ਝਗੜੇ ਖੜੇ ਕਰਦੇ ਹਨ। ਸ਼ੁਭ ਉਪਦੇਸ਼ ਜੋ ਮਾਨੇ ਕਾਹੇ ਨਾ। ਤੇ ਕਿਸੇ ਦਾ ਵੀ ਚੰਗਾ ਉਪਦੇਸ਼, ਚੰਗੀ ਸਿੱਖਿਆ ਉਹ ਨਹੀਂ ਮੰਨਦੇ। ਇੱਕ ਅਨਪੜ੍ਹ ਨਹਿ ਮਨ ਹੰਕਾਰੀ। ਹੁਣ ਦੂਜੇ ਹਨ ਉਹ ਅਨਪੜ੍ਹ ਨੇ, ਉਹਨਾਂ ਨੇ ਵਿਦਿਆ ਨਹੀਂ ਪੜ੍ਹੀ। ਪਰ ਜਿਨ੍ਹਾਂ ਨੇ ਵਿਦਿਆ ਨਹੀਂ ਪੜ੍ਹੀ ਉਹਨਾਂ ਦੇ ਮਨ ਦੇ ਵਿੱਚ ਮਾਣ ਵੀ ਨਹੀਂ, ਹੰਕਾਰ ਵੀ ਉਹਨੂੰ ਆਉਂਦਾ ਜਿਹਦੇ ਪੱਲੇ ਕੁਝ ਹੋਵੇ, ਜਿਹਦੇ ਕੋਲ ਮੇਰੇ ਵਰਗੇ ਕੋਲ ਹੈ ਹੀ ਕੁਝ ਨਹੀਂ। ਤੇ ਬੰਦਾ ਕਹਿੰਦਾ ਮੈਂ ਮਾਣ ਕਿਸ ਗੱਲ ਦਾ ਕਰਾਂ, ਮੇਰੇ ਕੋਲ ਨਾ ਤੇ ਚੰਗੀ ਮੱਤ, ਨਾ ਕੋਈ ਵਿਦਿਆ, ਨਾ ਮੈਂ ਕੁਝ ਪੜ੍ਹਿਆ ਹੈ। ਇੱਕ ਜਿਹੜੇ ਹਨ ਨਹੀਂ ਪੜ੍ਹੇ ਹੋਏ, ਅਨਪੜ੍ਹ ਹਨ, ਉਹਨਾਂ ਨੂੰ ਕਿਸੇ ਗੱਲ ਦਾ ਮਾਣ ਨਹੀਂ, ਵਿਦਿਆ ਦਾ ਮਾਣ ਨਹੀਂ ਹੈ। ਗੁਰ ਸੰਤਨ ਕੀ ਸੇਵ ਸੁਧਾਰੀ। ਪਰ ਜਿਹੜੇ ਨਹੀਂ ਬਹੁਤੇ ਪੜ੍ਹੇ ਉਹ ਫਿਰ ਹੱਥੀਂ ਸੇਵਾ ਕਰਦੇ। ਤੇ ਇਹ ਵੀ ਦੇਖਣ ਨੂੰ ਮਿਲਦਾ ਹੀ ਹੈ।
ਕੋਈ ਵਿਰਲੇ ਹੀ ਹੋਣਗੇ ਜਿਹੜੇ ਪੜ੍ਹ ਲਿਖ ਕੇ ਗਿਆਨਵਾਨ ਬਣ ਕੇ ਦੂਜਿਆਂ ਨੂੰ ਉਪਦੇਸ਼ ਦੇਣ ਵਾਲੇ ਹੱਥੀਂ ਸੇਵਾ ਕਰਦੇ ਹੋਣਗੇ। ਨਹੀਂ ਤਾਂ ਬਹੁਤਾ ਦੇਖੀਦਾ ਇਹੋ ਹੀ ਹੈ ਕਿ ਜਿਹਨੇ ਬਹੁਤਾ ਨਹੀਂ ਸੀ ਪੜ੍ਹਿਆ ਉਹ ਅਨਪੜ੍ਹ ਜਿਹੜਾ ਮਨੁੱਖ ਹੈ, ਜਿਹਨੂੰ ਲੋਕ ਕਹਿ ਰਹੇ ਨੇ ਉਹ ਅਨਪੜ੍ਹ ਹੈ, ਉਹ ਸਗੋਂ ਸੇਵਾ ਕਰਕੇ ਬਹੁਤਾ ਆਨੰਦ ਪ੍ਰਾਪਤ ਕਰਦਾ ਹੈ। ਇਸ ਲਈ ਜਿਹੜਾ ਨਹੀਂ ਪੜ੍ਹਿਆ ਉਹਦੇ ਅੰਦਰ ਹੰਕਾਰ ਵੀ ਨਹੀਂ ਹੈ ਤੇ ਸੇਵਾ ਵੀ ਉਹ ਕਰੇਗਾ ਜਿਹਦੇ ਅੰਦਰ ਮਾਣ ਨਹੀਂ, ਹੰਕਾਰ ਨਹੀਂ ਹੈ। ਪਠਿਓ ਸੋ ਜਾਗਤ ਸ਼ੂਸ਼ਾ ਰਹਿਓ। ਜਿਹੜਾ ਪੜ੍ਹਿਆ ਸੀ ਉਹ ਜਾਗਿਆ ਸੀ ਪਰ ਖਾਲੀ ਰਹਿ ਗਿਆ, ਕਿਉਂਕਿ ਸੇਵਾ ਨਾ ਕੀਤੀ, ਅੰਦਰ ਹੰਕਾਰ ਹੋਣ ਕਰਕੇ। ਅਨਪੜ੍ਹ ਸੁਪਤ ਸੇਵ ਸੁਖ ਲਹਿਓ। ਜਿਹੜਾ ਅਨਪੜ੍ਹ ਸੀ ਲੋਕ ਕਹਿੰਦੇ ਨੇ ਤਾਂ ਸੁੱਤਾ ਪਿਆ ਏ, ਇਹ ਤਾਂ ਜਾਗਿਆ ਹੀ ਨਹੀਂ, ਪਰ ਉਹ ਸੇਵਾ ਕਰਕੇ ਸਾਰੇ ਸੁੱਖ ਲੈ ਗਿਆ। ਅਥਵਾ ਔਰ ਅਰਥ ਸੁਨ ਕਾਨ। ਮਹਾਰਾਜ ਕਹਿੰਦੇ ਇਹਦੇ ਪ੍ਰਤੀ ਹੋਰ ਵੀ ਦ੍ਰਿਸ਼ਟਾਂਤ ਨੇ, ਅਰਥ ਨੇ, ਸੁਣੋ ਆਪਣੇ ਕੰਨਾਂ ਦੇ ਨਾਲ। ਇੱਕ ਗਮਨਿਓ ਸਤ ਸੰਗ ਸਥਾਨ। ਇੱਕ ਮਨੁੱਖ ਚੱਲ ਕੇ ਗਿਆ ਉੱਥੇ ਜਿੱਥੇ ਸੰਗਤ ਹੋ ਰਹੀ ਸੀ, ਤਹਾਂ ਨੀਂਦ ਬਸ ਹਵੈ ਪਰ ਰਹਿਓ। ਪਰ ਸੰਗਤ ਵਿੱਚ ਜਾ ਕੇ ਉਹਨੂੰ ਨੀਂਦ ਬਹੁਤ ਆਈ, ਬਹੁਤੀ ਨੀਂਦ ਦੇ ਵਸੀਕਾਰ ਹੋ ਗਿਆ। ਵਰਤਾਵੈ ਤਬ ਤਿਸ ਕੋ ਲਹਿਓ। ਤੇ ਉਹ ਜਿਹੜਾ ਜਾ ਕੇ ਸੰਗਤ ਵਿੱਚ ਸੌਂ ਗਿਆ। ਪਰ ਜਦੋਂ ਸਮਾਪਤੀ ਹੋਈ ਦੀਵਾਨ ਦੀ ਤੇ ਜਿਹੜਾ ਪ੍ਰਸ਼ਾਦ ਵਰਤਾਉਣ ਵਾਲਾ ਵਰਤਾਵਾ ਸੀ, ਉਸ ਨੇ ਦੇਖਿਆ ਜਦੋਂ ਸਾਰਿਆਂ ਨੂੰ ਪ੍ਰਸ਼ਾਦ ਵਰਤਾ ਰਿਹਾ ਸੀ ਤੇ ਜਿਹੜਾ ਬੰਦਾ ਸੁੱਤਾ ਪਿਆ ਸੀ ਉਹ ਵਰਤਾਵਾ ਉਹਦੇ ਤੱਕ ਪਹੁੰਚਿਆ। ਦਇਓ ਜਗਾਏ ਤਾਹੇ ਵਰਤਾਰਾ। ਉਸ ਵਰਤਾਵੇ ਨੇ ਸੁੱਤੇ ਪਿਆ ਨੂੰ ਜਗਾ ਦਿੱਤਾ ਕਿ ਉੱਠ ਭਾਈ, ਉੱਠ ਕੇ ਪ੍ਰਸ਼ਾਦ ਲੈ ਲਾ। ਵਰਤਾਵੇ ਨੇ ਸੁੱਤੇ ਨੂੰ ਜਗਾਇਆ। ਸ਼ੂਸ਼ੋ ਜਾਗਿਓ ਸਦਨ ਮਜਾਰਾ। ਪਰ ਜਿਹੜਾ ਖਾਲੀ ਸੀ, ਜਿਹੜਾ ਘਰ ਬੈਠਾ ਸੀ ਉਹ ਜਾਗਦਾ ਸੀ, ਪਰ ਜਿਹੜਾ ਜਾਗਦਾ ਸੀ ਉਹ ਖਾਲੀ ਰਹਿ ਗਿਆ। ਜਿਹੜਾ ਸੰਗਤ ਵਿੱਚ ਗਿਆ ਭਾਵੇਂ ਜਾ ਕੇ ਸੌਂ ਗਿਆ, ਪਰ ਸੁੱਤੇ ਪਿਆ ਨੂੰ ਵੀ ਜਾ ਕੇ ਵਰਤਾਵਾ ਕਹਿੰਦਾ ਕਿ ਉੱਠ ਭਾਈ ਪ੍ਰਸ਼ਾਦ ਲੈ ਲਾ। ਪਰ ਜਿਹੜਾ ਜਾਗਦਾ ਪਿਆ ਸੀ, ਘਰ ਸੀ, ਉਹ ਘਰ ਬੈਠਾ ਖਾਲੀ ਹੀ ਰਹਿ ਗਿਆ। ਇਸ ਪਰ ਸੁਨ ਉਚ ਰਹਿ ਦ੍ਰਿਸ਼ਟਾਂਤ। ਮਹਾਰਾਜ ਕਹਿੰਦੇ ਇਸ ਦੇ ਪ੍ਰਤੀ ਇੱਕ ਹੋਰ ਤੁਹਾਨੂੰ ਦ੍ਰਿਸ਼ਟਾਂਤ ਸਮਝਾਉਂਦੇ ਹਾਂ। ਜੁਗ ਸੌਦਾਗਰ ਸੁਨ ਕਰ ਬਾਤ। ਜਿਸ ਤਰ੍ਹਾਂ ਦੋ ਸੌਦਾਗਰ ਸਨ, ਵਪਾਰੀ ਬੰਦੇ ਵਪਾਰ ਕਰਨ ਵਾਸਤੇ ਬਾਹਰ ਜਾਂਦੇ ਸੀ। ਦੋ ਸੌਦਾਗਰ ਸਨ। ਹਿਤ ਪ੍ਰਾਤ ਹੋਤ ਚੱਲ ਪਰ ਹੈ ਜਹਾਜੂ। ਹਾਂ, ਇੱਕ ਨੇ ਸੋਚਿਆ ਪ੍ਰਾਤ ਹੋਤ ਚੱਲ ਪਰਹਿ ਜਹਾਜੂ, ਕਿ ਸਵੇਰ ਹੋਣ ਤੇ ਜਹਾਜ਼ ਚੱਲਣਾ ਹੈ। ਸੁਨ ਬੜ ਮੰਜ਼ਲ ਕਰੀ ਹਿਤ ਕਾਜੂ। ਇਹਨਾਂ ਨੇ ਗੱਲ ਸੁਣ ਕੇ ਤੇ ਵੱਡੀ ਮੰਜ਼ਿਲ ਜਿਹੜੀ ਸੀ ਉਹ ਤੈਅ ਕੀਤੀ, ਸਾਰਾ ਰਸਤਾ ਪੰਧ ਮੁਕਾ ਦਿੱਤਾ। ਸੰਧਿਆ ਸਮੇਂ ਪਹੁੰਚੇ ਜਾਈ। ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਦੋਨੋਂ ਜਹਾਜ਼ ਦੇ ਨੇੜੇ ਪਹੁੰਚ ਗਏ। ਇੱਕ ਤੋਂ ਚੜ ਜਹਾਜ਼ ਸੁਪਤਾਈ। ਇੱਕ ਤਾਂ ਜਹਾਜ਼ ਦੇ ਉੱਤੇ ਚੜਿਆ ਤੇ ਚੜ ਕੇ ਜਹਾਜ਼ ਤੇ ਸੌਂ ਗਿਆ। ਦੂਸਰ ਚੜਿਓ ਨਾ ਐਸੇ ਜਾਈ। ਦੂਸਰਾ ਜਿਹੜਾ ਸੀ ਉਹ ਜਹਾਜ਼ ਤੇ ਨਾ ਚੜਿਆ। ਉਹਨੇ ਮਨ ਵਿੱਚ ਇਹ ਸੋਚਿਆ ਚਲਨ ਸਮੇਂ ਹਮ ਚੜ ਹੈ ਆਨ। ਕਿ ਜਦੋਂ ਜਹਾਜ਼ ਚੱਲੇਗਾ, ਚੱਲਣ ਲੱਗਿਆਂ ਇਸ ਜਹਾਜ਼ ਤੇ ਚੜ ਜਾਵਾਂਗਾ। ਜਾਗਤ ਰਹਿਓ ਸਰਬ ਨਿਸਮਾਹੀ। ਤੇ ਸਾਰੀ ਰਾਤ ਉਹ ਜਾਗਦਾ ਰਿਹਾ। ਨਿਕਟ ਜਹਾਜ਼ ਸੋ ਪਹੁੰਚਿਓ ਨਾਹੀ। ਜਹਾਜ਼ ਦੇ ਕੋਲ ਉਹ ਨਾ ਪਹੁੰਚ ਸਕਿਆ। ਢੋਲ ਬਜਾਇਓ ਚੜ ਬੇਕਾਲ। ਜਹਾਜ਼ ਚੱਲਣ ਦਾ ਸਮਾਂ ਹੋਇਆ ਤੇ ਚਲਾਉਣ ਵਾਲੇ ਨੇ ਉਸ ਵੇਲੇ ਢੋਲ ਵਜਾ ਦਿੱਤਾ, ਕਿਉਂਕਿ ਜਹਾਜ਼ ਚੱਲਣ ਦਾ ਸੰਕੇਤ ਹੁੰਦਾ ਹੈ। ਅਜੋਕੇ ਸਮੇਂ ਦੇ ਵਿੱਚ ਬਹੁਤ ਤਰੱਕੀ ਹੋਣ ਕਰਕੇ ਕਈ ਤਰ੍ਹਾਂ ਦੇ ਹਾਰਨ ਬਣ ਗਏ ਨੇ, ਪਰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜਹਾਜ਼ ਚੱਲਣਾ ਹੁੰਦਾ ਤੇ ਢੋਲ ਵਜਾਇਆ ਜਾਂਦਾ। ਜਹਾਜ਼ ਚਲਾਉਣ ਵਾਲੇ ਨੇ ਢੋਲ ਵਜਾ ਦਿੱਤਾ। ਜਾਗਰਤ ਪਰਿਓ ਅਪਰ ਕਿਸ ਖਿਆਲ। ਜਿਹੜਾ ਜਾਗਦਾ ਸੀ ਉਹ ਹੋਰ ਖਿਆਲਾਂ ਵਿੱਚ ਲੱਗਾ ਰਿਹਾ। ਸੁਨਿਓ ਨਾ ਗਇਓ ਅਰੂਡਿਓ ਨਾਹੀ। ਜਦੋਂ ਖਿਆਲ ਹੋਰ ਕਿਤੇ ਸੀ, ਧਿਆਨ ਹੋਰ ਕਿਤੇ ਸੀ, ਢੋਲ ਦੀ ਆਵਾਜ਼ ਸੁਣੀ ਨਾ ਤੇ ਜਹਾਜ਼ ਚੱਲਣ ਦਾ ਪਤਾ ਨਾ ਲੱਗਾ ਤੇ ਉਹ ਜਹਾਜ਼ ਤੇ ਨਾ ਚੜ ਸਕਿਆ। ਦੂਰ ਜਹਾਜ਼ ਗਇਓ ਛਿਨ ਮਾਹੀ। ਖਿੰਨ ਦੇ ਵਿੱਚ ਉਹ ਜਹਾਜ਼ ਜਿਹੜਾ ਸੀ ਦੂਰ ਚਲਾ ਗਿਆ। ਜੋ ਜਹਾਜ਼ ਮੈਂ ਹੈ ਸੁਪਤਿਓ ਨਰ ਹੈ। ਜਿਹੜਾ ਬੰਦਾ ਜਹਾਜ਼ ਵਿੱਚ ਚੜ ਕੇ ਸੌਂ ਗਿਆ ਸੀ, ਤਾਹੇ ਜਗਾਇਓ ਗਹਿ ਕਰ ਹੈ। ਉਸ ਨੂੰ ਕਿਸੇ ਨੇ ਬਾਹ ਫੜ ਕੇ ਸੁੱਤੇ ਪਿਆ ਨੂੰ ਜਗਾ ਦਿੱਤਾ। ਬਨ ਕਨ ਬਨਜ ਕਹਿਓ ਤਿਹ ਸਾਥ। ਫਿਰ ਉਹਨੇ ਅੱਗੇ ਜਾ ਕਰਕੇ
ਵਪਾਰੀਆਂ ਦੇ ਨਾਲ ਵਪਾਰ ਕੀਤਾ। ਲਿਓ ਲਾਭ ਤਿਨੇ ਆਪਣੇ ਹਾਥ। ਵਪਾਰੀਆਂ ਦੇ ਨਾਲ ਲਾਭ ਜਿਹੜਾ ਸੀ ਵਪਾਰ ਕਰਕੇ ਆਪਣੇ ਹੱਥ ਵਿੱਚ ਚੰਗਾ ਮੁਨਾਫਾ ਖੱਟ ਲਿਆ। ਜਾਗਰਤ ਰਹਿਓ ਚੜਿਓ ਨਹਿ ਜੋਏ। ਜਿਹੜਾ ਜਾਗਦਾ ਪਿਆ ਸੀ ਉਹ ਜਹਾਜ਼ ਤੇ ਨਾ ਚੜ ਸਕਿਆ। ਰਹਿਓ ਏਕਾਕੀ ਬਨ ਮਹਿ ਸੋਏ। ਉਹ ਜੰਗਲ ਦੇ ਵਿੱਚ ਇਕੱਲਾ ਹੀ ਉੱਥੇ ਰਹਿ ਗਿਆ। ਚੋਰ ਧਾਰ ਵੀ ਪਹੁੰਚੇ ਆਏ। ਕੋਈ ਚੋਰ ਅਤੇ ਧਾੜਵੀ ਜਿਹੜੇ ਨੇ ਲੁਟੇਰੇ ਨੇ ਉਹ ਉਹਦੇ ਕੋਲ ਪਹੁੰਚੇ ਜੰਗਲ ਵਿੱਚ। ਨਿਜ ਸੌਦਾ ਸਭ ਗਇਓ ਲੁਟਾਏ। ਜਿਹੜਾ ਉਹਦਾ ਆਪਣਾ ਸੌਦਾ ਸੀ ਉਹਨੇ ਮੁਨਾਫਾ ਕੀ ਖੱਟਣਾ ਸੀ, ਉਹਦੇ ਕੋਲ ਜਿਹੜਾ ਆਪਣਾ ਸੌਦਾ ਸੀ ਉਹ ਵੀ ਖੋਹ ਲਿਆ ਉਹਨਾਂ ਲੁਟੇਰਿਆਂ ਨੇ। ਸਤ ਸੰਗਤ ਮਹਿ ਜਾਨੋ ਤੈਸੇ। ਇਸ ਤਰ੍ਹਾਂ ਸਤ ਸੰਗਤ ਵਿੱਚ ਜਾਣਨਾ ਕਰੋ। ਉਦਮ ਧਰ ਕਰ ਆਏ ਸੋ ਬੈਸੇ। ਜਿਹੜਾ ਉਦਮ ਕਰਕੇ ਆ ਕੇ ਸੰਗਤ ਵਿੱਚ ਬੈਠ ਜਾਂਦਾ ਹੈ। ਸੁਭਤਿਓ ਹੋਏ ਜੇ ਤਾਹੇ ਜਗਾਵੈ। ਜੇ ਕੋਈ ਸੁੱਤੇ ਪਿਆ ਨੂੰ ਵੀ ਜਗਾ ਦਵੇ। ਸੰਤ ਕਿਰਪਾ ਕਰ ਸ਼ਬਦ ਸੁਣਾਵੈ। ਫਿਰ ਕਮਾਈ ਵਾਲੇ ਸੰਤ ਜਨ ਕਿਰਪਾ ਕਰਦੇ ਨੇ, ਉਪਦੇਸ਼ ਦਿੰਦੇ ਹਨ, ਉਹਨਾਂ ਨੂੰ ਉਪਦੇਸ਼ ਸੁਣਾਉਂਦੇ ਨੇ। ਜੇ ਪ੍ਰਸਾਦ ਕੁਛ ਵਰਤਣ ਲਾਗੇ। ਜਾਂ ਜਦੋਂ ਪ੍ਰਸ਼ਾਦ ਵਰਤਣ ਲੱਗੇ। ਸੁਪਤ ਜਗਾਵਹਿ ਪ੍ਰਥਮ ਸੋ ਜਾਗੇ। ਜਿਹੜੇ ਪਹਿਲੇ ਜਾਗਦੇ ਸਨ ਉਹ ਸੁੱਤੇ ਪਿਆ ਨੂੰ ਬਾਹੋਂ ਫੜ ਕੇ ਜਗਾ ਦਿੰਦੇ ਨੇ। ਜਾਗਤ ਰਹਿਓ ਜੇ ਘਰ ਕੇ ਮਾਹੀ। ਪਰ ਜਿਹੜਾ ਘਰ ਦੇ ਵਿੱਚ ਜਾਗਦਾ ਪਿਆ ਸੀ ਸੁਨਹਿ ਨਾ ਸ਼ਬਦ ਪ੍ਰਸਾਦ ਨਾ ਖਾਹੀ। ਨਾ ਉਹਨੇ ਆ ਕੇ ਸੰਗਤ ਵਿੱਚ ਗੁਰੂ ਦਾ ਉਪਦੇਸ਼ ਸੁਣਿਆ ਤੇ ਨਾ ਉਹਨੇ ਆ ਕਰਕੇ ਪ੍ਰਸ਼ਾਦ ਲਿਆ, ਸ਼ੂਸ਼ਾ ਖਾਲੀ ਰਹਿ ਗਿਆ ਨਾ। ਇਹ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ। ਸਵਾਲ ਸਿੱਖਾਂ ਨੇ ਕੀਤਾ ਸੀ, ਮਹਾਰਾਜ ਇੱਕ ਜਾਗਣ ਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਨੇ ਕੁਝ ਲੈ ਸਕਦੇ, ਇੱਕ ਨਾ ਨੂੰ ਸੁੱਤਿਆਂ ਨੂੰ ਉਠਾ ਕੇ ਬਖਸ਼ ਦਿੰਦੇ ਹੋ। ਤੇ ਇਹਦੇ ਨਾਲੋਂ ਇਹਦਾ ਭਾਵ ਇਹ ਹੈ ਕਿ ਸੁੱਤਾ ਰਹਿਣਾ ਚਾਹੀਦਾ ਜੀਵ ਨੂੰ। ਮਹਾਰਾਜ ਕਹਿੰਦੇ ਦੇ ਅਰਥ ਇਸ ਤਰ੍ਹਾਂ ਹਨ, ਜਿਸ ਤਰ੍ਹਾਂ ਦੋ ਬੰਦੇ ਚੱਲੇ, ਪਤਾ ਸੀ ਫਲਾਣੀ ਜਗ੍ਹਾ ਤੋਂ ਜਹਾਜ਼ ਤੇ ਚੜ੍ਹ ਕੇ ਤੇ ਵਪਾਰ ਕਰਨ ਜਾਣਾ ਸੀ, ਪਰ ਇੱਕ ਤਾਂ ਜਾ ਕੇ ਸ਼ਾਮਾਂ ਦੇ ਵਕਤ ਜਹਾਜ਼ ਤੇ ਚੜ੍ਹ ਕੇ ਸੌਂ ਗਿਆ ਤੇ ਇੱਕ ਜਿਹੜਾ ਸੀ ਬੜਾ ਸਿਆਣਾ ਉਹ ਬਾਹਰ ਟਹਿਲਦਾ ਰਿਹਾ, ਘੁੰਮਦਾ ਰਿਹਾ ਕਿ ਜਦੋਂ ਜਹਾਜ਼ ਚੱਲੇਗਾ ਮੈਂ ਜਹਾਜ਼ ਤੇ ਚੜ੍ਹ ਜਾਵਾਂਗਾ। ਜਦੋਂ ਜਹਾਜ਼ ਚੱਲਣ ਦਾ ਸਮਾਂ ਹੋਇਆ, ਢੋਲ ਵੱਜਾ। ਜਿਹੜਾ ਜਾਗਦਾ ਸੀ ਉਹਦਾ ਧਿਆਨ ਕਿਤੇ ਹੋਰ ਸੀ, ਉਹ ਨਾ ਆਵਾਜ਼ ਸੁਣ ਸਕਿਆ ਤੇ ਜਹਾਜ਼ ਤੇ ਚੜ੍ਹਿਆ ਹੀ ਨਾ, ਜੰਗਲ 'ਚ ਰਹਿ ਗਿਆ। ਤੇ ਉਸ ਨੂੰ ਚੋਰਾਂ ਨੇ, ਲੁਟੇਰਿਆਂ ਨੇ ਲੁੱਟ ਲਿਆ, ਉਹਦੀ ਪਹਿਲੀ ਵਸਤੂ ਵੀ ਖੋਹ ਲਈ। ਪਰ ਜਿਹੜਾ ਜਹਾਜ਼ ਤੇ ਚੜ੍ਹਿਆ ਸੀ, ਸੌਂ ਗਿਆ ਸੀ, ਉਹਨੂੰ ਜਾਗਦਿਆਂ ਨੇ ਬਾਹੋਂ ਫੜ ਕੇ ਠਾ ਦਿੱਤਾ। ਆਪਣੀ ਮੰਜ਼ਿਲ ਤੇ ਪਹੁੰਚਿਆ ਤੇ ਵਪਾਰੀਆਂ ਨਾਲ ਵਪਾਰ ਕਰਕੇ ਚੰਗਾ ਮੁਨਾਫਾ ਉਹਨੇ ਪ੍ਰਾਪਤ ਕੀਤਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੇ ਸੰਗਤ ਵਿੱਚ ਚੱਲ ਕੇ ਆ ਗਏ, ਹਾਲੇ ਮਨ ਨਹੀਂ ਵੀ ਜਾਗੇ, ਪਰ ਸਮਾਂ ਆਉਂਦਾ ਹੈ ਕਿ ਕਿਤੇ ਨਾ ਕਿਤੇ ਇਹ ਸੁੱਤਾ ਪਿਆ ਮਨ ਜਾਗ ਪੈਂਦਾ ਹੈ। ਜਾਂ ਜਿਹੜੇ ਜਾਗੇ ਹੋਏ ਮਨਾਂ ਵਾਲੇ ਨੇ ਉਹਨਾਂ ਸੁੱਤਿਆਂ ਨੂੰ ਜਗਾ ਦਿੰਦੇ। ਜਦੋਂ ਮਨ ਜਾਗਿਆ ਤੇ ਫਿਰ ਗੁਰੂ ਦਾ ਉਪਦੇਸ਼ ਹਿਰਦੇ 'ਚ ਵੀ ਵਸ ਜਾਂਦਾ ਹੈ। ਇਸ ਲਈ ਮਨ ਟਿਕੇ ਨਾ ਟਿਕੇ ਇਹ ਚਲੋ ਮਨ ਦੀ ਆਪਣੀ ਖੇਡ ਹੈ, ਮਨ ਦੀ ਮੌਜ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋ। ਪਰ ਸਿੱਖ ਆਪਣਾ ਫਰਜ਼ ਤਾਂ ਨਿਭਾਵੇ ਨਾ। ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਸੰਗਤ ਕਰਨ ਦੀ, ਉਹ ਬਚਨ ਗੁਰੂ ਦਾ ਕਮਾ ਕੇ ਸੰਗਤ ਕਰੇ। ਫਿਰ ਮਹਾਰਾਜ ਕਹਿੰਦੇ ਜੇ ਕਿਤੇ ਸੌਂ ਵੀ ਜਾਵੇ ਸੰਗਤ 'ਚ ਤੇ ਜਿਹੜਾ ਵਰਤਾਉਣ ਵਾਲਾ, ਦੇਗ ਵਰਤਾਉਣ ਵਾਲਾ, ਉਹ ਜਾ ਕੇ ਠਾ ਦਿੰਦਾ ਤੇ ਫਿਰ ਉੱਠ ਕੇ ਨਾਲੇ ਤਾਂ ਸ਼ਬਦ ਵੀ ਸੁਣ ਲੈਂਦਾ, ਸੰਗਤ ਵੀ ਹੋ ਜਾਂਦੀ ਹੈ, ਨਾਲੇ ਪ੍ਰਸ਼ਾਦ ਲੈ ਲੈਂਦਾ। ਇੱਕ ਜਿਹੜਾ ਘਰੋਂ ਚੱਲ ਕੇ ਆਇਆ ਹੀ ਨਹੀਂ, ਉਹ ਜਾਗਦਾ ਪਿਆ ਸੀ, ਪਰ ਉਹ ਜਾਗਦਾ ਪਿਆ ਨਾ ਤੇ ਉਹਨੇ ਗੁਰੂ ਦਾ ਉਪਦੇਸ਼ ਸੁਣਿਆ, ਨਾ ਉਹਨੇ ਪ੍ਰਸ਼ਾਦ ਲਿਆ, ਉਹ ਖਾਲੀ ਹੀ ਰਹਿ ਗਿਆ। ਅਨਪੜ੍ਹ ਸੁਪਤ ਕਰਹਿ ਸਤ ਸੰਗ। ਲੋਕ ਸਾਰੇ ਕਹਿੰਦੇ ਨੇ ਕਿ ਅਨਪੜ੍ਹ ਬੰਦਾ ਹੈ, ਇਹਨੇ ਵਿਦਿਆ ਨਹੀਂ ਪੜ੍ਹੀ, ਇਹ ਤਾਂ ਸੁੱਤਾ ਪਿਆ ਹੈ, ਇਹਨੂੰ ਕੀ ਪਤਾ, ਇਹਨੂੰ ਦੁਨੀਆ ਦਾ ਦੁਨਿਆਵੀ ਗਿਆਨ ਕੀ ਹੈ। ਪਰ ਮਹਾਰਾਜ ਕਹਿੰਦੇ ਉਹ ਭਾਵਨਾ ਵਾਲਾ ਹੋਣ ਕਰਕੇ ਸੇਵਾ ਕਰਦਾ, ਸੰਗਤ ਕਰਦਾ ਹੈ। ਮਨ ਨੀਵਾ ਕਰ ਸ਼ਰਧਾ ਸੰਗ। ਉਹ ਮਨ ਵਿੱਚ ਸ਼ਰਧਾ ਰੱਖਦਾ ਤੇ ਆਪਣਾ ਮਨ ਨੀਵਾ ਰੱਖਦਾ ਹੈ, ਨਿਮਰਤਾ ਵਿੱਚ ਰਹਿੰਦਾ ਹੈ। ਇਸ ਕੀ ਨੀਂਦ ਅਵਿਦਿਆ ਜੋਏ। ਉਸ ਦੀ ਜਿਹੜੀ ਅਵਿਦਿਆ ਦੀ ਨੀਂਦ ਸੀ, ਗਿਆਨ ਸੁਨਾਏ ਸਕਲ ਦੇਖੋਏ। ਗੁਰੂ ਸਾਹਿਬ ਦਾ ਉਪਦੇਸ਼ ਸੁਣਦਾ ਹੈ, ਉਹਦੀ ਅਵਿਦਿਆ ਦੀ ਨੀਂਦ ਦੂਰ ਹੋ ਜਾਂਦੀ ਹੈ, ਉਹ ਗਿਆਨਵਾਨ ਬਣ ਜਾਂਦਾ ਹੈ। ਦੇਖਦੇ ਹੀ ਆਪਾਂ ਜਿੰਨੇ ਭਗਤ ਜਨਾਂ ਦੀ ਬਾਣੀ ਪੜ੍ਹਦੇ ਹਾਂ, ਦੁਨੀਆ ਦੇ ਵਿੱਚ ਅੱਜ ਹਰੇਕ ਬੰਦਾ ਉਹਨਾਂ ਭਗਤਾਂ ਨੂੰ ਆਪਣਾ ਸਿਰ ਝੁਕਾ ਰਿਹਾ ਹੈ। ਪਰ ਉਹਨਾਂ ਭਗਤ ਜਨਾਂ ਨੇ ਕਿੱਥੋਂ ਜਾ ਕੇ ਵਿੱਦਿਆ ਲਈ, ਬਹੁਤਿਆਂ ਦਾ ਜ਼ਿਕਰ ਕਿਤੋਂ ਮਿਲਦਾ ਹੀ ਨਹੀਂ, ਕਿਉਂਕਿ ਉਹਨਾਂ ਨੇ ਭਗਤੀ ਕੀਤੀ, ਸਿੱਧਾ ਸਾਦਾ ਸੁਭਾਅ ਸੀ, ਨਾਮ ਜਪਣ ਕਰਕੇ, ਭਗਤੀ ਕਰਨ ਕਰਕੇ ਹਿਰਦਾ ਪਵਿੱਤਰ ਸੀ। ਅੱਜ ਸਾਰਾ ਹੀ ਸਮਾਜ ਉਹਨਾਂ ਅੱਗੇ ਸਿਰ ਝੁਕਾ ਰਿਹਾ, ਕਿਉਂਕਿ ਅਵਿਦਿਆ ਦੀ ਨੀਂਦ ਤੋਂ ਆਪ ਜਾਗੇ, ਦੂਜਿਆਂ ਨੂੰ ਵੀ ਉਹਨਾਂ ਦੀ ਬਾਣੀ ਜਗਾ ਰਹੀ।
ਪਰ ਜਿਹੜੇ ਬਹੁਤੇ ਪੰਡੇ ਬੁੱਧੀ ਵਾਲੇ ਗਿਆਨਵਾਨ ਪੰਡਤ ਸਨ, ਉਹਨਾਂ ਨੂੰ ਵਿਦਿਆ ਦਾ ਹੀ ਮਾਣ ਸੀ। ਨਾ ਸੇਵਾ ਕੀਤੀ, ਨਾ ਸਿਮਰਨ, ਬਸ ਇੱਕ ਦੂਜੇ ਨਾਲ ਚਰਚਾ ਕਰਦੇ ਰਹੇ, ਲੜਦੇ ਝਗੜਦੇ ਰਹੇ। ਅੱਜ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਰੱਖਦਾ। ਇਸ ਲਈ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਸੰਗਤ ਦੇ ਵਿੱਚ ਆ ਕੇ ਜਾਗੇ ਨੇ, ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਅਨਪੜ੍ਹ ਹਨ, ਪਰ ਲੋਕ ਕਹਿੰਦੇ ਸਨ ਇਹਨਾਂ ਨੂੰ ਕੀ ਸਮਝ ਹੈ ਜੀ, ਉਹ ਸੰਗਤ ਕਰਕੇ ਮਨ ਨੀਵਾਂ ਰੱਖਿਆ, ਸ਼ਰਧਾ ਦੇ ਵਿੱਚ ਉਹ ਸਦਾ ਭਿੱਜੇ ਰਹੇ। ਨਿਜ ਸਰੂਪ ਕੋ ਲਾਭ ਸੋ ਪਾਵਹਿ, ਅਵਿਦਿਆ ਦੀ ਨੀਂਦ ਤੋਂ ਜਾਗੇ ਤੇ ਗਿਆਨ ਸੁਣਾਏ ਸਕਲ ਦੇ ਖੋਏ। ਗੁਰੂ ਦਾ ਉਪਦੇਸ਼ ਸੁਣ ਕੇ ਉਹਨਾਂ ਨੇ ਅਵਿਦਿਆ ਦੀ ਨੀਂਦ ਨੂੰ ਦੂਰ ਕਰ ਦਿੱਤਾ। ਨਿਜ ਸਰੂਪ ਕੋ ਲਾਭ ਸੋ ਪਾਵਹਿ, ਉਹਨਾਂ ਨੇ ਆਪਣੇ ਸਰੂਪ ਦਾ ਲਾਭ ਪ੍ਰਾਪਤ ਕੀਤਾ ਹੈ। ਨਿਜ ਸਰੂਪ ਦਾ ਲਾਭ ਹੈ। ਇੱਕ ਤਾਂ ਬੰਦਾ ਸੋਚਦਾ ਹੈ ਕਿ ਪੰਜਾਂ ਤੱਤਾਂ ਦਾ ਸਰੀਰ, ਪਰ ਅਸਲ ਵਿੱਚ ਇਹ ਸਰੀਰ ਆਪਣਾ ਹੈ ਨਹੀਂ। ਆਪਣਾ ਸਰੂਪ ਹੈ, ਨਿਜ ਸਰੂਪ ਆਤਮ ਸਰੂਪ ਹੈ। ਅਕਾਲ ਪੁਰਖ ਪਰਮਾਤਮਾ ਵਿੱਚ 3 ਗੁਣ ਸਦਾ ਰਹਿੰਦੇ ਨੇ, ਸਤ, ਚੇਤਨ, ਆਨੰਦ, ਤੇ ਉਹਨੂੰ ਕਿਹਾ ਜਾਂਦਾ ਹੈ ਕਿ ਸੱਚ ਦਾ ਆਨੰਦ। ਇਸੇ ਤਰ੍ਹਾਂ ਨਿਜ ਸਰੂਪ ਹੈ ਜੀਵ ਦਾ, ਉਹ ਆਤਮ ਸਰੂਪ ਹੈ, ਤੇ ਇਸ ਆਤਮ ਸਰੂਪ ਦੇ ਵਿੱਚ ਵੀ 3 ਗੁਣ ਸਦਾ ਨੇ। ਇਹ ਸਤ, ਚੇਤਨ, ਆਨੰਦ ਸਰੂਪ ਹੈ। ਜਿਹੜੇ ਗਿਆਨਵਾਨ ਹਨ, ਜਿਹੜੇ ਅਵਿਦਿਆ ਦੀ ਨੀਂਦ ਤੋਂ ਜਾਗ ਪਏ, ਨਿਜ ਸਰੂਪ ਦੀ ਪਛਾਣ ਕੀਤੀ ਹੈ, ਉਹ ਆਪਣੇ ਸਰੂਪ ਦੀ ਪ੍ਰਾਪਤੀ ਕਰਕੇ ਉਹਨਾਂ ਨੇ ਲਾਭ ਖੱਟ ਲਿਆ। ਜਥਾ ਬਨਕ ਲਾਹਾ ਵੱਡ ਲਿਆਵਹਿ, ਜਿਸ ਤਰ੍ਹਾਂ ਜਹਾਜ਼ ਵਿੱਚ ਚੜ੍ਹ ਕੇ ਵਪਾਰੀ ਸੌਂ ਗਿਆ ਸੀ, ਪਰ ਅਗਲੇ ਦੇਸ਼ ਗਿਆ, ਜਦੋਂ ਜਹਾਜ਼ ਪਹੁੰਚਿਆ ਤਾਂ ਉਹਨੂੰ ਬਾਹੋਂ ਫੜ ਕੇ ਉਠਾ ਦਿੱਤਾ। ਅੱਗੇ ਜਾ ਕੇ ਵਪਾਰੀਆਂ ਨਾਲ ਵਪਾਰ ਕਰਕੇ ਚੰਗਾ ਉਹਨੇ ਮੁਨਾਫਾ ਖੱਟ ਕੇ ਲਿਆਂਦਾ। ਪੜੇ ਸੋ ਜਾਗਤ ਆਪ ਕਹਾਵੈ, ਤੇ ਜਿਹੜੇ ਜਾਗਦੇ ਸਨ, ਪੜ੍ਹੇ ਲਿਖੇ ਸਨ, ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਤਾਂ ਜਾਗੇ ਹੋਏ ਆਂ। ਭੂਲ ਕਬਹਿ ਸਤ ਸੰਗ ਨ ਜਾਵੈ, ਪਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਜਾਗੇ ਹੋਏ ਆਂ, ਅਸੀਂ ਗਿਆਨਵਾਨ, ਅਸੀਂ ਬੜੇ ਸਿਆਣੇ ਆਂ, ਉਹ ਭੁੱਲ ਕੇ ਕਦੇ ਸੰਗਤ ਵਿੱਚ ਨਹੀਂ ਜੇ ਆਉਂਦੇ। ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਸੰਗਤ ਵਿੱਚ ਵੀ ਜ਼ਿਆਦਾ ਉਹ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਨਹੀਂ ਕੋਈ ਗਿਆਨ, ਅਸੀਂ ਜਾ ਕੇ ਗੁਰੂ ਦਾ ਉਪਦੇਸ਼ ਲੈ ਆਈਏ। ਪਰ ਜਿਹੜਾ ਕਹਿੰਦਾ ਮੈਂ ਗਿਆਨਵਾਨ ਆ, ਮੈਂ ਤਾਂ ਪੜ੍ਹਿਆ ਹੀ ਬਹੁਤ ਆ, ਮੈਂ ਵਿਦਵਾਨ ਬੜਾ, ਮੈਂ ਸਿਆਣਾ ਬੜਾ, ਮੈਨੂੰ ਸੰਗਤ ਕਰਨ ਦੀ ਕੀ ਲੋੜ ਹੈ ਜੀ, ਮੈਂ ਤਾਂ ਦੂਜਿਆਂ ਨੂੰ ਗਿਆਨ ਦੀਆਂ ਗੱਲਾਂ ਸੁਣਾਉਣਾ। ਉਹ ਕਹਿੰਦੇ ਅਸੀਂ ਜਾਗੇ ਹੋਏ ਆ, ਭੁੱਲ ਕੇ ਕਦੇ ਸੰਗਤ ਵਿੱਚ ਨਹੀਂ ਆਉਂਦੇ। ਨਿਰਭੈ ਹੋਏ ਕਰ ਬੁਰੋ ਕਮਾਵਹਿ, ਜਦੋਂ ਸੰਗਤ ਵਿੱਚ ਨਹੀਂ ਆਉਂਦੇ ਫਿਰ ਨਿਰਭੈ ਹੋ ਕਰਕੇ ਵਕਾਰ ਕਮਾਉਂਦੇ। ਕਿਉਂਕਿ ਸੰਗਤ ਵਿੱਚ ਆ ਕੇ ਤਾਂ ਸਿੱਖਿਆ ਮਿਲਦੀ ਹੈ ਕਿ ਵਕਾਰ ਜਿਹੜੇ ਹਨ ਜੀਵ ਨੂੰ ਅਧੋਗਤੀ ਵੱਲ ਲਿਜਾਂਦੇ, ਪਰ ਜਿਹੜਾ ਸੰਗਤ ਵਿੱਚ ਆਇਆ ਹੀ ਨਹੀਂ, ਕੱਲਾ ਗਿਆਨ ਉਹਨੇ ਇਕੱਠਾ ਕੀਤਾ ਸੀ ਦੁਨਿਆਵੀ, ਆਤਮਾ ਦਾ ਗਿਆਨ ਨਹੀਂ ਸੀ ਪ੍ਰਾਪਤ ਹੋਇਆ, ਉਹ ਤਾਂ ਸੰਗਤ ਵਿੱਚ ਆ ਕੇ ਗੁਰੂ ਕੋਲੋਂ ਪ੍ਰਾਪਤ ਹੋਣਾ ਸੀ। ਇਸ ਲਈ ਉਹ ਨਿਰਭੈ ਹੋ ਕਰਕੇ, ਦੋਵੇਂ ਹੱਥ ਝਾੜ ਕੇ, ਬੇਫਿਕਰ ਹੋ ਕਰਕੇ ਵਕਾਰ ਕਮਾਉਂਦੇ ਹਨ। ਸੋ ਬਿਨ ਗਿਆਨ ਸ਼ੂਸ਼ ਰਹਿ ਜਾਵਹਿ, ਉਹ ਆਤਮ ਗਿਆਨ ਤੋਂ ਸਖਣੇ ਰਹਿ ਜਾਂਦੇ ਹਨ। ਸੁਨ ਗੁਰ ਤੇ ਕਰ ਕੈ ਮਨ ਨੀਵਾ, ਗੁਰ ਸਿੱਖਾਂ ਨੇ ਗੁਰੂ ਸਾਹਿਬ ਤੋਂ ਉਪਦੇਸ਼ ਸੁਣਿਆ ਤੇ ਆਪਣਾ ਮਨ ਨੀਵਾਂ ਰੱਖਿਆ। ਸਤ ਸੰਗਤ ਕੋ ਸੇਵ ਸਦੀਵਾ, ਸਦਾ ਹੀ ਸੰਗਤ ਦੀ ਸੇਵਾ ਵਿੱਚ ਲੱਗੇ ਰਹੇ। ਚਾਰੋਂ ਸਿੱਖਨ ਸੁਭਗਤ ਪਾਈ, ਇਹਨਾਂ ਚਾਰਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਿਆ, ਉਹਦੀ ਕਮਾਈ ਕੀਤੀ, ਫਿਰ ਸ਼ੁਭ ਗਤ ਪਾਈ। ਗਤੀ ਕਲਿਆਣ ਉਦੋਂ ਹੁੰਦੀ ਹੈ ਜਦੋਂ ਸਿੱਖ ਗੁਰੂ ਦਾ ਬਚਨ ਸੁਣ ਕੇ ਉਹਦੀ ਕਮਾਈ ਕਰੇ। ਜੇ ਮਨ ਆਪਣਾ ਅੱਗੇ ਰੱਖਿਆ, ਸਿਆਣਪ ਆਪਣੀ ਅੱਗੇ ਰੱਖੀ, ਤੇ ਫਿਰ ਤਾਂ ਜਿਸ ਤਰ੍ਹਾਂ ਦੇ ਆਏ ਸੀ ਉਸੇ ਤਰ੍ਹਾਂ ਦੇ ਰਹਿ ਗਏ। ਫਿਰ ਤਾਂ ਜਿਹੜਾ ਜਹਾਜ਼ ਤੇ ਚੜ੍ਹਿਆ ਹੀ ਨਹੀਂ, ਜੰਗਲ ਵਿੱਚ ਇਕੱਲਾ ਰਹਿ ਗਿਆ ਤੇ ਚੋਰ ਆ ਕੇ ਲੁੱਟ ਲੈਂਦੇ। ਇਸੇ ਤਰ੍ਹਾਂ ਚੋਰ ਕਿਹੜੇ ਨੇ, ਉਹ ਵਕਾਰ ਚੋਰ ਹਨ। ਜਿਹੜਾ ਸਾਡੇ ਚੰਗੇ ਸਵਾਸ ਸਨ, ਕੀਮਤੀ ਸਨ, ਉਹਨਾਂ ਨੂੰ ਵੀ ਲੁੱਟ ਲੈਂਦੇ ਨੇ। ਪਰ ਜਿਹੜੇ ਜਹਾਜ਼ ਤੇ ਚੜ੍ਹ ਕੇ, ਸੰਗਤ ਰੂਪੀ ਜਹਾਜ਼ ਤੇ ਚੜ੍ਹੇ, ਭਾਵੇਂ ਨਹੀਂ ਸੀ ਜਾਗੇ, ਪਰ ਇੱਕ ਦਿਨ ਆਇਆ ਕਿ ਜਾਗਿਆਂ ਨੇ ਉਹਨਾਂ ਨੂੰ ਵੀ ਜਗਾ ਦਿੱਤਾ, ਤੇ ਉਹਨਾਂ ਨੇ ਇਹਨਾਂ ਸਵਾਸਾਂ ਦੇ ਨਾਲ ਨਾਮ ਦਾ ਲਾਹਾ ਲਿਆ। ਇਹ ਸੰਸਾਰ ਤੋਂ ਨਾਮ ਦਾ ਵਪਾਰ ਕਰਕੇ ਪਰਲੋਕ ਨੂੰ ਗਏ ਹਨ, ਚੰਗਾ ਮੁਨਾਫਾ ਖੱਟ ਕੇ ਪਰਲੋਕ ਨੂੰ ਗਏ ਹਨ। ਇਸ ਤਰ੍ਹਾਂ ਗੁਰਸਿੱਖਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ, ਉਹਦੀ ਕਮਾਈ ਕੀਤੀ, ਅੰਤ ਨੂੰ ਇਹਨਾਂ ਦੀ ਕਲਿਆਣ ਹੋਈ ਹੈ। ਸ੍ਰੀ ਅਰਜਨ ਜੀ ਭਏ ਸਹਾਈ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸਹਾਈ ਬਣੇ। ਗੁਰੂ ਵੀ ਉਦੋਂ ਸਹਾਈ ਬਣਦਾ ਹੈ ਜਦੋਂ ਸਿੱਖ ਗੁਰੂ ਦਾ ਬਚਨ ਸੁਣ ਕੇ ਉਹਨੂੰ ਕਮਾਵੇ। ਜਿੰਨਾ ਚਿਰ ਪੁੱਤਰ ਪਿਤਾ ਦਾ ਕਹਿਣਾ ਨਾ ਮੰਨੇ, ਤੇ ਫਿਰ ਜਦੋਂ ਬਹੁਤਾ ਉਹ ਕਹਿਣੇ ਤੋਂ ਬਾਹਰ ਚਲਾ ਜਾਵੇ, ਤੇ ਫਿਰ ਬਾਪ ਵੀ ਕਹਿ ਦਿੰਦਾ ਕਿ ਹੁਣ ਤੂੰ ਆਪਣੀ ਕੀਤੀ ਨੂੰ ਭੁਗਤ। ਪਰ ਜੇ ਕਹਿਣੇ ਵਿੱਚ ਚੱਲਦਾ ਹੋਵੇ ਤੇ ਫਿਰ
ਕੰਨਾਂ ਵਿੱਚ ਖਬਰ ਪੈਂਦੇ ਹੀ ਪਿਤਾ ਉਸੇ ਵੇਲੇ ਦੌੜ ਪੈਂਦਾ ਕਿ ਮੇਰੇ ਪੁੱਤਰ ਨੂੰ ਅੱਜ ਖਤਰਾ ਬਣੇ, ਅੱਜ ਲੋੜ ਹੈ। ਇਸੇ ਤਰ੍ਹਾਂ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ। ਜੇ ਸਿੱਖ ਗੁਰੂ ਦਾ ਬਚਨ ਕਮਾਉਂਦਾ ਹੈ ਤੇ ਗੁਰੂ ਲੋਕ ਪਰਲੋਕ ਦੇ ਵਿੱਚ ਸਿੱਖ ਦੀ ਰਾਖੀ ਕਰਦਾ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੇ ਸਹਾਈ ਬਣੇ ਹਨ। ਫਿਰਨਾ ਬਹਿਲ ਨਾਮ ਇੱਕ ਚੰਗਾ, ਭਾਈ ਫਿਰਨਾ ਤੇ ਭਾਈ ਬਹਿਲ ਇਹ ਸਿੱਖਾਂ ਦੇ ਨਾਮ ਹਨ। ਤ੍ਰਿਤੀਓ ਜੇਠਾ ਮਿਲ ਕਰ ਸੰਗਾ, ਤੇ ਤੀਜੇ ਸਿੱਖ ਹਨ ਭਾਈ ਜੇਠਾ। ਇਹ ਤਿੰਨੇ ਜਣੇ ਮਿਲ ਕੇ ਸ੍ਰੀ ਗੁਰ ਪਗ ਕੋ ਬੰਦਨ ਤਾਰੀ, ਇਹਨਾਂ ਤਿੰਨਾਂ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਜੋਰ ਹਾਥ ਨਿਜ ਅਰਜ ਗੁਜਾਰੀ, ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ। ਗੁਰੂ ਗਰੀਬ ਨਿਵਾਜ ਬਤਾਵੋ, ਐ ਗੁਰੂ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਦੱਸੋ, ਹਮਰੇ ਔਰ ਸੰਦੇਹ ਮਿਟਾਵੋ। ਆਪਣਾ ਉਪਦੇਸ਼ ਦਵੋ, ਸਿੱਖਿਆ ਦਵੋ ਤੇ ਜਿਹਦੇ ਨਾਲ ਸਾਡੇ ਮਨਾਂ ਦੇ ਸ਼ੰਕੇ ਦੂਰ ਹੋ ਜਾਣ। ਕਿਉਂਕਿ ਜਿੰਨੇ ਵੀ ਮਨ ਵਿੱਚ ਸ਼ੰਕੇ ਹਨ ਇਹ ਤਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਦੂਰ ਹੁੰਦੇ ਨੇ। ਕਿਉਂਕਿ ਜੇ ਦੁਨਿਆਵੀ ਬੰਦੇ ਕੋਲ ਜਾਵਾਂਗੇ ਤੇ ਆਪੋ ਆਪਣੀ ਮਤ ਅਨੁਸਾਰ ਉਹ ਗੱਲ ਕਰੇਗਾ। ਇਸ ਲਈ ਸਿੱਖ ਆ ਕੇ ਗੁਰੂ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਮਨਾਂ ਦੇ ਸ਼ੰਕੇ ਦੂਰ ਕਰੋ। ਕੇਤਕ ਸਿਮਰ ਹੈ ਰਾਮ ਜੋ ਸੋ ਨਾਮ, ਕਈ ਜਿਹੜੇ ਹਨ ਉਹ ਰਾਮ ਰਾਮ ਦਾ ਸਿਮਰਨ ਕਰਦੇ ਹਨ। ਕੇਤਕ ਕ੍ਰਿਸ਼ਨ ਹਰੇ ਕਨਸਾਮ, ਕਈ ਕ੍ਰਿਸ਼ਨ ਦੇ ਨਾਮ ਦਾ ਜਾਪ ਕਰਦੇ ਨੇ, ਕਈ ਘਨਸ਼ਾਮ ਜਪਦੇ ਹਨ। ਕੇ ਚਿਤ ਓੰ ਰਹਿ ਕੇਤਕ ਸੋਹੰ, ਕਈ ਹਰੀ ਹਰੀ ਜਪਦੇ ਨੇ, ਕਈ ਓੰ ਦਾ ਜਾਪ ਕਰਦੇ ਨੇ, ਕਈ ਸੋਹੰ ਜਪਦੇ ਹਨ। ਸਿਮਰੈ ਨਾਮ ਪਰਮਗਤ ਹੋਹੰ, ਸਿਮਰੈ ਨਾਮ ਪਰਮਗਤ ਹੋਹੰ। ਤੇ ਨਾਮ ਸਿਮਰਦੇ ਹਨ ਕਿ ਸਾਡੀ ਪਰਮ ਗਤੀ ਹੋ ਜਾਵੇ, ਸਾਡੀ ਕਲਿਆਣ ਹੋ ਜਾਵੇ। ਇਸ ਲਈ ਨਾਮ ਜਪ ਰਹੇ ਨੇ ਨਾ। ਕੋਈ ਜਪ ਰਿਹਾ ਘਨ ਸ਼ਿਆਮ, ਕੋਈ ਰਾਮ, ਕੋਈ ਹਰੀ, ਕੋਈ ਸੋਹੰ, ਕੋਈ ਓੰਗ ਦਾ ਜਾਪ ਜਪਦਾ ਹੈ। ਹਮ ਕੋ ਉਚਿਤ ਕੌਣ ਮੁਖ ਜਾਪਨ, ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਕਿ ਸਾਨੂੰ ਕਿਹੜਾ ਨਾਮ ਜਪਣਾ ਚਾਹੀਦਾ ਹੈ। ਉਪਦੇਸੋ ਸਤਿਗੁਰ ਅਗ ਖਾਪਨ, ਮਹਾਰਾਜ ਕਿਰਪਾ ਕਰਕੇ ਸਾਨੂੰ ਉਪਦੇਸ਼ ਦੇਵੋ ਜਿਹਦੇ ਨਾਲ ਸਾਰੇ ਪਾਪ ਨਾਸ਼ ਹੋ ਜਾਣ। ਸੁਨ ਸ੍ਰੀ ਮੁਖ ਤੇ ਹੁਕਮ ਬਖਾਨਾ, ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ, ਸਿਮਰੋ ਵਾਹਿਗੁਰੂ ਦੁਖ ਹਾਨਾ। ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਖਾਂ ਨੂੰ ਇਹ ਉਪਦੇਸ਼ ਹੈ ਕਿ ਸਿਮਰੋ ਵਾਹਿਗੁਰੂ ਸੁਖ ਹਾਨਾ, ਸਿਮਰੋ ਵਾਹਿਗੁਰੂ ਦੁਖ ਹਾਨਾ। ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋ ਜਿਹਦੇ ਨਾਲ ਸਾਰੇ ਦੁੱਖ ਨਾਸ਼ ਹੋਣਗੇ। ਤਰੀ ਨੀਰ ਕੇ ਤੀਰ ਉਤਾਰੈ, ਜਿਹੜੀ ਬੇੜੀ ਹੈ ਉਹ ਨਦੀ ਤੋਂ ਪਾਰ ਉਤਾਰਦੀ ਹੈ। ਇਸ ਬਿਦ ਕੀ ਸ਼ਕਤੀ ਸਭ ਤਾਰੈ, ਇਸ ਤਰ੍ਹਾਂ ਦੀ ਸ਼ਕਤੀ ਸਾਰੀ ਬੇੜੀਆਂ ਦੇ ਵਿੱਚ ਹੁੰਦੀ ਹੈ। ਤਉ ਵਿਚਾਰੋ ਜਿਸ ਜੋ ਚਾਹਿਓ, ਪਰ ਇਹ ਵਿਚਾਰ ਕਰੋ ਜਿਸ ਬੇੜੀ ਦੇ ਉੱਤੇ ਜੀਵ ਚੜਿਆ ਹੋਵੇ ਤਿਸੀ ਅਲੰਬ ਨਦੀ ਕੋ ਤਰਿਓ, ਉਸੇ ਬੇੜੀ ਦੇ ਆਸਰੇ ਉਹ ਨਦੀ ਨੂੰ ਪਾਰ ਕਰਦਾ ਹੈ। ਤਿਮ ਪਰਮੇਸ਼ਰ ਕੀ ਸਭ ਨਾਮ, ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਇਹ ਸਾਰੇ ਨਾਮ ਹਨ। ਕਰਹਿ ਪਾਰ ਸਿਮਰੈ ਉਰ ਧਾਮ, ਜਿਹੜਾ ਹਿਰਦੇ ਵਿੱਚ ਨਾਮ ਨੂੰ ਧਿਆਵੇਗਾ, ਸਿਮਰਨ ਕਰੇਗਾ, ਉਹਦਾ ਹੀ ਪਾਰ ਉਤਾਰਾ ਹੋਵੇਗਾ। ਇਹ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਿੱਤਾ ਹੈ। ਸਿੱਖਾਂ ਦਾ ਸਵਾਲ ਇਹ ਸੀ, ਮਹਾਰਾਜ ਕੋਈ ਓੰਗ, ਕੋਈ ਸੋਹੰ, ਕੋਈ ਰਾਮ, ਕੋਈ ਘਨ ਸ਼ਿਆਮ, ਕੋਈ ਕਿਸ ਤਰ੍ਹਾਂ ਦਾ ਜਾਪ ਕਰ ਰਿਹਾ ਹੈ। ਪਹਿਲਾਂ ਇਹ ਸਾਨੂੰ ਦੱਸੋ ਕਿ ਸਿੱਖਾਂ ਨੂੰ ਕੀ ਉਪਦੇਸ਼ ਹੈ। ਤੇ ਮਹਾਰਾਜ ਕਹਿੰਦੇ ਸਿੱਖਾਂ ਨੂੰ ਉਪਦੇਸ਼ ਹੈ, ਉਪਦੇਸ਼ੋ ਸਿਮਰੋ ਵਾਹਿਗੁਰੂ ਦੁਖ ਹਾਨਾ। ਤੁਸੀਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ। ਫਿਰ ਮਹਾਰਾਜ ਨੇ ਇਹ ਵੀ ਕਿਹਾ ਕਿ ਨਾਮ ਤਾਂ ਸਾਰੇ ਪਰਮਾਤਮਾ ਦੇ ਹੀ ਹਨ। ਬਾਣੀ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ ਕਿ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਈ, ਤੇਰੇ ਗੁਣ ਕੇਤੇ। ਬੇੜੀਆਂ ਤਾਂ ਸਾਰੀਆਂ ਹੀ ਨਦੀ ਤੋਂ ਪਾਰ ਲਾਉਂਦੀਆਂ ਨੇ, ਪਰ ਜੀਵ ਉਹ ਪਾਰ ਜਾਂਦਾ ਹੈ ਜਿਹੜਾ ਇੱਕ ਬੇੜੀ ਤੇ ਬਹਿ ਕੇ ਨਦੀ ਨੂੰ ਪਾਰ ਕਰੇਗਾ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਦੋਏ ਨਾਵ ਪਾਵ ਤਰੈ ਪਹੁੰਚੈ ਨਾ ਪਾਰ ਹੈ। ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਨਦੀ ਨੂੰ ਪਾਰ ਨਹੀਂ ਲੰਘ ਸਕਦਾ। ਉਹ ਹਮੇਸ਼ਾ ਡੱਕੋ ਡੋਲੇ ਖਾਂਦਾ ਰਹੇਗਾ। ਇਸੇ ਤਰ੍ਹਾਂ ਜਿਹੜਾ ਦੁਬਦਾ ਵਿੱਚ ਪਿਆ ਰਹੇਗਾ ਉਹ ਡੋਲੀ ਜਾਵੇਗਾ। ਕਿਹੜਾ ਨਾਮ ਜਪਾਂ, ਉਹ ਪਾਰ ਨਹੀਂ ਹੋ ਸਕਦਾ ਸੰਸਾਰ ਸਾਗਰ। ਇਸ ਲਈ ਸਾਰੀ ਨਾਮ ਇਹ ਬੇੜੀਆਂ ਹੀ ਨੇ। ਸਾਰੇ ਨਾਮ ਜਿਹੜੇ ਨੇ ਬੇੜੀਆਂ ਸਾਰੀਆਂ ਹੀ ਸਮੁੰਦਰ ਨਦੀ ਤੋਂ ਪਾਰ ਲਾਉਂਦੀਆਂ ਨੇ, ਪਰ ਪਾਰ ਹੋਵੇਗਾ ਜਿਹੜਾ ਬੇੜੀ ਤੇ ਸਵਾਰ ਹੋਵੇ। ਇਸ ਲਈ
ਸਿੱਖਾਂ ਪ੍ਰਤੀ ਉਪਦੇਸ਼ ਹੈ ਕਿ ਇਹਨਾਂ ਨੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ। ਬਾਕੀ ਆਪੋ ਆਪਣੇ ਗੁਰੂ ਤੋਂ ਜਿਨ੍ਹਾਂ ਨੇ ਉਪਦੇਸ਼ ਲਿਆ, ਜਿਸ ਤਰ੍ਹਾਂ ਸਨਾਤਨ ਮਤ ਵਾਲੇ ਵੀਰ ਉਹ ਉਸ ਤਰ੍ਹਾਂ ਦਾ ਨਾਮ ਜਪਦੇ ਨੇ, ਇਸਲਾਮ ਮਤ ਵਾਲੇ ਉਹ ਆਪਣੇ ਮਤ ਅਨੁਸਾਰ ਜਪਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਸਿੱਖਾਂ ਨੂੰ ਇਹ ਉਪਦੇਸ਼ ਹੈ ਕਿ ਇਹਨਾਂ ਨੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ। ਪਰ ਇਹ ਭਾਵ ਨਹੀਂ ਕਿ ਇਹਨੂੰ ਹੋਰ ਕੋਈ ਜਪ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਗੁਰਮੰਤਰ 4 ਅੱਖਰ ਲਏ ਕਿੱਥੋਂ? ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਸਤਿਗੁਰੂ ਕਿਰਪਾ ਕਰਕੇ ਉਪਦੇਸ਼ ਦੇਣਗੇ। ਪਰ ਜਿਹੜੇ ਲੋਕ ਇੱਕ ਦੂਜੇ ਨੂੰ ਖੰਡਨ ਕਰਦੇ ਨੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਨੇ, ਅਸਲ ਵਿੱਚ ਉਹਨਾਂ ਨੂੰ ਸਮਝ ਹੀ ਨਹੀਂ। ਤੇ ਜਿਹੜੇ ਵਾਦ ਵਿਵਾਦ ਵਿੱਚ ਪਏ ਰਹਿੰਦੇ ਨੇ ਕਿਹੜਾ ਜਪੀਏ, ਉਹਨਾਂ ਦਾ ਇਸ ਤਰ੍ਹਾਂ ਦਾ ਹਾਲ ਹੈ। ਭਾਈ ਗੁਰਦਾਸ ਜੀ ਕਹਿੰਦੇ ਪੂਛਤ ਹੈ ਪਥਕ ਮਾਰਗ ਨ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ। ਰਸਤਾ ਤੇ ਪੁੱਛਦੀ ਹੈ ਪਰ ਰਸਤੇ ਤੇ ਕਦੇ ਤੁਰੀ ਨਹੀਂ। ਹੁਣ ਪਤੀ ਦੇ ਦੇਸ਼ ਤਾਂ ਪਹੁੰਚੇਗੀ ਨਾ ਜੇ ਤੁਰੇਗੀ। ਇਸੇ ਤਰ੍ਹਾਂ ਬਾਤਾਂ ਤੇ ਬਹੁਤ ਪੁੱਛੀਆਂ, ਕਿਹੜੀ ਜੁਗਤੀ ਵਰਤੀਏ, ਨਾਮ ਕਿਹੜਾ ਜਪੀ, ਪਰ ਜੇ ਜਪਿਆ ਹੀ ਨਹੀਂ, ਜਪਣ ਤੋਂ ਬਿਨਾਂ ਤੁਰਨ ਤੋਂ ਬਿਨਾਂ ਜੀਵ ਕਦੇ ਪਹੁੰਚਦਾ ਨਹੀਂ ਆਪਣੀ ਮੰਜ਼ਿਲ ਤੇ। ਇਸ ਲਈ ਮਹਾਰਾਜ ਕਹਿੰਦੇ ਹਨ ਨਾਮ ਸਾਰੇ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਨਦੀ ਨੂੰ ਪਾਰ ਲੰਘਾਉਣ ਵਾਸਤੇ ਬੇੜੀਆਂ ਨੇ। ਜਿਹੜਾ ਇੱਕ ਬੇੜੀ ਤੇ ਬੈਠੇਗਾ ਉਹ ਨਦੀ ਨੂੰ ਪਾਰ ਕਰੇਗਾ। ਜੋ ਸਤਿਗੁਰੂ ਉਪਦੇਸ਼ਨ ਕਰਿਓ, ਜਿਹੜਾ ਸਾਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ, ਇਸ ਕੋ ਸਿਮਰ ਸਿੱਖ ਭਵ ਤਰਿਓ। ਉਹ ਆਪਣੇ ਗੁਰੂ ਤੋਂ ਉਪਦੇਸ਼ ਲੈ ਕੇ ਸਿੱਖ ਭਵ ਸਾਗਰ ਤੋਂ ਤਰ ਜਾਂਦਾ ਹੈ। ਇੱਕ ਵਾਰ ਜੁਗ ਖਟ ਅਨਸੀਸ, ਹਾਂ ਇੱਕ ਵਾਰ 36 ਯੁੱਗ, ਇੱਕ ਬਾਰ ਯੁਗ ਖਟ ਅਰ 30। ਖਟ ਨਾਮ ਛੇਦ ਹੈ, 30 ਨਾਮ ਤੀਆਂ ਦਾ। 36 ਯੁੱਗ ਧੁੰਦੂ ਕਾਰਨ ਪਰਜਾ ਈਸ। ਧੁੰਦੂਕਾਰ ਆ ਰਿਹਾ, ਧੁੰਦੂਕਾਰ ਕਿ ਸਾਰੇ ਪਾਸੇ ਹਨੇਰਾ ਹੀ ਹਨੇਰਾ ਹੈ ਤੇ ਨਾ ਪਰਜਾ ਨਾ ਈਸ਼। ਧੁੰਦੂਕਾਰਾ ਸੀ ਜਿਸ ਤਰ੍ਹਾਂ ਧੁੰਦ ਪੈ ਜਾਂਦੀ ਹੈ। ਬਾਕੀ ਅਕਾਲ ਪੁਰਖ ਪਰਮਾਤਮਾ ਜਾਣਦੇ ਨੇ। ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਕਹਿ ਲਈਏ ਕਿ ਸਾਰੇ ਪਾਸੇ ਹਨੇਰਾ ਪਰ ਧੁੰਦੂਕਾਰਾ, ਜਿੱਥੇ ਕੁਝ ਦਿਖੇ ਹੀ ਨਾ, ਤੇ ਨਾ ਇਹ ਪ੍ਰਜਾ ਸੀ ਨਾ ਈਸ਼ ਕੋਈ ਰਾਜਾ ਸੀ। ਏਕ ਓੰਕਾਰ ਰਚਿਓ ਨਹਿ ਕੋਈ, ਇੱਕ ਓੰਕਾਰ ਪਰਮਾਤਮਾ ਨੇ ਜਦੋਂ ਕੁਝ ਨਹੀਂ ਸੀ ਰਚਿਆ, ਸੁਨ ਸਮਾਦ ਰਹਿ ਸਭ ਕੋਈ। ਸਾਰੇ ਪਾਸੇ ਕੁਝ ਨਹੀਂ ਸੀ ਦਿਸਦਾ, ਉਹ ਪਰਮਾਤਮਾ ਆਪ ਸੁਨ ਸਮਾਧੀ ਦੇ ਵਿੱਚ ਸੀ। ਨਹੀਂ ਆਕਾਰ ਕਛੂ ਪ੍ਰਗਟਾਇਓ, ਇਹ ਸ੍ਰਿਸ਼ਟੀ ਦਾ ਆਕਾਰ ਕੁਝ ਵੀ ਨਹੀਂ ਸੀ ਪ੍ਰਗਟ ਕੀਤਾ। ਰਹਿਓ ਗੁਬਾਰ ਈਸ ਇਮ ਪਾਇਓ, ਸਾਰੇ ਪਾਸੇ ਹਨੇਰਾ ਸੀ, ਉਹ ਅਕਾਲ ਪੁਰਖ ਨੂੰ ਇਹੋ ਹੀ ਪਾਇਆ। 9 ਯੁੱਗ ਮੈਂ ਇੱਕ ਇੱਕ ਵਰਣੋ, 9 ਯੁੱਗਾਂ ਦੇ ਵਿੱਚ ਇੱਕ ਇੱਕ ਅੱਖਰ ਜਿਹੜਾ ਸੀ। ਸ੍ਰੀ ਨਾਨਕ ਚਹੁ ਕੋ ਇੱਕ ਕਰਣ। ਹਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ 4 ਯੁੱਗਾਂ ਦੇ ਵਿੱਚੋਂ ਇਹ ਅੱਖਰ ਲਏ ਨੇ 4 ਤੇ ਇਹਨੂੰ ਇੱਕ ਕੀਤਾ ਹੈ। ਵਾਹਿਗੁਰੂ ਇੱਕ ਨਾਮ ਬਖਾਨਿਓ, ਫਿਰ ਵਾਹਿਗੁਰੂ ਇੱਕ ਨਾਮ ਉਚਾਰਨ ਕੀਤਾ। ਸੁਨ ਸਭ ਸੰਤਨ ਕੇ ਮਨ ਪਾਇਓ। ਇਹ ਵਾਹਿਗੁਰੂ ਨਾਮ ਸਾਰੇ ਸੰਤਾਂ ਦੇ ਨੂੰ ਸੁਣ ਕੇ ਤੇ ਮਨ ਨੂੰ ਬੜਾ ਭਾਇਆ, ਕਿਉਂਕਿ ਵਾਹਿਗੁਰੂ ਇਹ 4 ਅੱਖਰ ਨੇ। 36 ਯੁੱਗ ਵਰਤੈ ਗੁਬਾਰੈ, ਤਾੜੀ ਲਾਈ ਸਿਰਜਣਹਾਰੈ। ਸੋ ਵਿੱਚ ਬਣੇ ਦੱਸਦੇ ਹਨ 9 ਯੁੱਗਾਂ ਵਿੱਚ ਇੱਕ ਇੱਕ ਅੱਖਰ ਬਣਿਆ। ਇਹਨਾਂ 36 ਯੁੱਗਾਂ ਵਿੱਚ ਕੋਈ ਆਕਾਰ ਨਹੀਂ ਸੀ ਰਚਿਆ ਗਿਆ। ਇਸ ਤੋਂ ਸਿੱਧ ਹੋਇਆ ਕਿ ਤਦੋਂ ਵਿਸ਼ਨ ਹਰੀ ਗੋਬਿੰਦ ਰਾਮ ਨਹੀਂ ਰਚੇ ਗਏ ਸਨ। ਸੋ ਖਿਆਲ ਵਾਹਿਗੁਰੂ ਨੂੰ ਇਹਨਾਂ ਸਰਗੁਣ ਵਿਅਕਤੀਆਂ ਦੇ ਨਾਵਾਂ ਦੇ ਪ੍ਰਥਮ ਅੱਖਰਾਂ ਤੋਂ ਬਣੇ ਸਿੱਧ ਕਰਨ ਦਾ। ਸੋ ਇਸ ਤਰ੍ਹਾਂ ਇਹ ਅੰਕ 39 ਵਿੱਚ ਦੱਸਿਆ ਕਿ ਸਾਰੇ ਨਾਮ ਬੇੜੀ ਦੇ ਤੁਲ ਹਨ ਤੇ ਜਿਹੜਾ ਬੇੜੀ ਤੇ ਸਵਾਰ ਹੋਵੇਗਾ ਉਹੀ ਨਦੀ ਨੂੰ ਪਾਰ ਕਰੇਗਾ। ਇੱਕ 9 ਯੁੱਗਾਂ ਬਾਅਦ ਇੱਕ ਇੱਕ ਅੱਖਰ ਪ੍ਰਗਟ ਹੋਇਆ ਤੇ 36 ਯੁੱਗਾਂ ਦੇ ਵਿੱਚ 4 ਅੱਖਰ ਪ੍ਰਗਟ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੇ 4 ਅੱਖਰ ਲਏ, ਵਾਹਿਗੁਰੂ ਗੁਰਮੰਤਰ ਪ੍ਰਗਟ ਕੀਤਾ। ਇਹ ਵਾਹਿਗੁਰੂ ਗੁਰਮੰਤਰ ਸਾਰੇ ਸੰਤਾਂ ਦੇ ਮਨ ਨੂੰ ਭਾਇਆ, ਚੰਗਾ ਲੱਗਾ। ਨਿਜ ਸਿੱਖਨ ਕੋ ਕਰ ਉਪਦੇਸ਼, ਅਤੇ ਸਿੱਖਾਂ ਦੇ ਤਾਈਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਸਿਮਰਤ ਕਾਟੇ ਬੰਦ ਕਲੇਸ਼, ਜਿਹੜਾ ਵਾਹਿਗੁਰੂ ਗੁਰਮੰਤਰ ਜਪੇਗਾ
ਸਿਮਰਨ ਦੇ ਨਾਲ ਉਹਦੇ ਬੰਧਨ ਕਲੇਸ਼ ਕੱਟੇ ਜਾਣਗੇ। ਅਬ ਜੋ ਏਕਮ ਨਾਮ ਮਨ ਸਿਮਰੈ ਨਾਮੋ, ਜਿਹੜਾ ਇੱਕ ਮਨ ਹੋ ਕੇ ਨਾਮ ਦਾ ਸਿਮਰਨ ਕਰੇਗਾ, ਵਾਹਿਗੁਰੂ ਪੂਰਹਿ ਉਰ ਕਾਮੋ, ਵਾਹਿਗੁਰੂ ਗੁਰਮੰਤਰ ਜਪੇਗਾ, ਉਹਦੇ ਸਾਰੇ ਕਾਰਜ ਅਕਾਲ ਪੁਰਖ ਆਪ ਪੂਰੇ ਕਰਨਗੇ। ਅੰਤ ਸਮੈ ਗਤ ਲਹੈ ਸੁਖਾਰੇ, ਅੰਤਲੇ ਸਮੇਂ ਉਸ ਦੀ ਸੁਖਾਲੀ ਕਲਿਆਣ ਹੋਵੇਗੀ। ਜਨਮ ਮਰਨ ਕੇ ਬੰਧ ਨਿਵਾਰੇ, ਜਨਮ ਮਰਨ ਦੇ ਉਹਦੇ ਬੰਧਨ ਕੱਟੇ ਜਾਣਗੇ। ਜਾਤੇ ਵਾਹਿਗੁਰੂ ਤੁਮ ਸਿਮਰੋ, ਇਸ ਲਈ ਗੁਰ ਸਿੱਖੋ ਤੁਸੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋ। ਨਿਸ ਦਿਨ ਹਿਰਦੈ ਬਦਨ ਤੇ ਰਹੋ, ਦਿਨ ਰਾਤ ਹਿਰਦੇ ਵਿੱਚੋਂ ਆਪਣੇ ਮੁਖ ਵਿੱਚੋਂ ਗੁਰਮੰਤਰ ਜਪੋ, ਵਾਹਿਗੁਰੂ ਵਾਹਿਗੁਰੂ। ਭਾਈ ਗੁਰਦਾਸ ਜੀ ਦੇ ਬਚਨ ਵੀ ਪੜ੍ਹਦੇ ਹਾਂ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਮਹਾਰਾਜ ਕਹਿੰਦੇ ਮੁਖ ਦੇ ਨਾਲ ਹਿਰਦੇ ਦੇ ਨਾਲ ਵਾਹਿਗੁਰੂ ਜਪੋ। ਸਤਿਗੁਰ ਤੁਮਰੇ ਹੋਏ ਸਹਾਏ, ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਡੇ ਹਮੇਸ਼ਾ ਸਹਾਈ ਹੋਣਗੇ। ਦੁਬਦਾ ਸਗਰੀ ਦੇਤ ਮਿਟਾਏ, ਸਾਰੀ ਜਿਹੜੀ ਦੁਬਦਾ ਹੈ ਦੁਚਤੀ ਹੈ ਅੰਦਰੋਂ ਖਤਮ ਹੋ ਜਾਵੇਗੀ। ਅੰਤ ਸਮੇਂ ਸਭ ਬੰਦ ਨਿਕੰਦ, ਅੰਤਲੇ ਸਮੇਂ ਸਾਰੇ ਬੰਧਨ ਕੱਟੇ ਜਾਣਗੇ। ਹੋਵੋ ਲੀਨ ਸੱਚ ਦਾ ਆਨੰਦ, ਅਕਾਲ ਪੁਰਖ ਦੇ ਵਿੱਚ ਤੁਸੀਂ ਲੀਨ ਹੋ ਜਾਵੋਗੇ। ਸੁਨ ਸਿੱਖਨ ਪ੍ਰਮ ਕੋ ਨਿਰਵਾਰੇ, ਸਿੱਖਾਂ ਨੇ ਸੁਣ ਕੇ ਸਾਰਿਆਂ ਨੇ ਭਰਮ ਦੂਰ ਕੀਤੇ। ਵਾਹਿਗੁਰੂ ਸਿਮਰੋ ਕਰਤਾਰ, ਵਾਹਿਗੁਰੂ ਨਾਮ ਜਿਹੜਾ ਸੀ ਪਰਮਾਤਮਾ ਦਾ ਸਿਮਰਿਆ। ਸ੍ਰੀ ਅਰਜਨ ਕੇ ਸੇਵਤ ਰਹੇ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੇਵਾ ਦੇ ਵਿੱਚ ਰਹੇ। ਅੰਤ ਸਮੇਂ ਨੀਕੇ ਸੁਖ ਲਹੇ, ਅੰਤਲੇ ਸਮੇਂ ਸੁਖ ਦੀ ਪ੍ਰਾਪਤੀ ਕੀਤੀ। ਤਿਨ ਕੋ ਮਿਲੇ ਸੋ ਗੁਰਮਤਿ ਪਾਈ, ਇਹਨਾਂ ਦੇ ਨਾਲ ਜਿਹੜਾ ਵੀ ਮਿਲਦਾ ਸੀ ਉਹ ਵੀ ਗੁਰਮਤਿ ਦਾ ਧਾਰਨੀ ਹੋਇਆ। ਜਹ ਕਹਿ ਸਿੱਖੀ ਜਗ ਬਿਦਤਾਈ, ਜਿੱਥੇ ਕਿਤੇ ਇਹਨਾਂ ਗੁਰ ਸਿੱਖਾਂ ਨੇ ਸਿੱਖੀ ਨੂੰ ਹੋਰ ਪ੍ਰਗਟ ਕੀਤਾ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਗਟ ਕੀਤਾ। ਇਹ ਉਪਦੇਸ਼ ਗੁਰੂ ਸਾਹਿਬ ਜੀ ਦਾ ਜੋ ਬਖਸ਼ਿਆ ਹੋਇਆ ਸਾਡੇ ਹਿਰਦਿਆਂ 'ਚ ਵਸ ਜਾਵੇ। ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀ ਇੱਥੇ ਫਤਿਹ ਬੁਲਾਈਏ ਜੀ। ਸ੍ਰੀ ਅਰਜਨ ਕੋ ਕੇ ਸੇਵਤ ਰਹੇ, ਅੰਤ ਸਮੈ ਨੀਕੇ ਸੁਖ ਲਹੇ। ਤਿਨ ਕੋ ਮਿਲੇ ਸੋ ਗੁਰਮਤਿ ਪਾਈ, ਜਹ ਕਹਿ ਸਿੱਖੀ ਜਗ ਬਿਦਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।